परमेश्वर का पवित्र वचन जो सीखने वास्ते जा रहे हैं। सो मत्ती दी अंजील ਉਹਦਾ 25 अध्याय ਉਹਦੀ ਪਹਿਲੀ ਐਤ ਤੋਂ ਵੇਖਾਂਗੇ। 10 ਕੁਆਰੀਆਂ ਦਾ ਦ੍ਰਿਸ਼ਟਾਂਤ ਤੁਸੀਂ ਕਾਫੀ ਵਾਰੀ ਪਹਿਲੇ ਵੀ ਸਿੱਖਿਆ ਹੋਵੇਗਾ, ਕਾਫੀ ਸੌਖਾ ਤੁਹਾਨੂੰ ਸਮਝ ਵੀ ਆਵੇਗਾ। ਮੱਤੀ ਦੀ ਅੰਜੀਲ ਉਹਦਾ 10 ਅਧਿਆਏ ਅਤੇ ਉਹਦੀ ਪਹਿਲੀ ਐਤ ਤੋਂ ਸ਼ੁਰੂ ਕਰਾਂਗੇ। 10 ਦੀ ਪਹਿਲੀ ਕਿ 25 ਦੀ ਪਹਿਲੀ? 25 ਦੀ ਪਹਿਲੀ। ਉਸ ਵੇਲੇ ਸੁਰਗ ਦਾ ਰਾਜ 10 ਕੁਆਰੀਆਂ ਵਰਗਾ ਹੋਵੇਗਾ, ਜਿਹੜੀਆਂ ਆਪਣੀਆਂ ਮਸਾਲਾ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ। ਔਰ ਉਹਨਾਂ ਵਿੱਚੋਂ 5 ਤਾਂ ਮੂਰਖ ਅਤੇ 5 ਚਤਰ ਸਨ, ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾ ਨਾਲ ਲੈ ਲਿਆ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਯਿਸੂ ਦਾ ਧੰਨਵਾਦ। ਪ੍ਰਭੂ ਨੇ ਸਾਨੂੰ ਵਚਨ ਵੀ ਉਹ ਦਿੱਤਾ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਸ਼ੁਰੂ ਕਰਨ ਤੋਂ ਪਹਿਲਾਂ, ਕਿ ਜਦੋਂ ਸਮਾਂ ਆਉਂਦਾ ਵਚਨ ਦਾ ਤਾਂ ਉਦੋਂ ਆਪਾਂ ਭੱਜਣਾ ਸ਼ੁਰੂ ਕਰ ਦਿੰਦੇ। ਸੋ ਵਚਨ ਅਸੀਂ ਧਿਆਨ ਦੇ ਨਾਲ ਸੁਣਿਆ ਕਰੀਏ, ਕਿਉਂਕਿ ਇਹ ਵਚਨ ਜਿਹੜਾ ਸਾਡੇ ਕੋਲ ਹੋਵੇਗਾ, ਜਿਹਦੇ ਕੋਲ ਵਚਨ ਹੈ, ਜਿਹਦੇ ਕੋਲ ਵਚਨ ਹੈ ਉਹੀ ਪਰਮੇਸ਼ਵਰ ਦੇ ਨਾਲ ਜਦੋਂ ਪ੍ਰਭੂ ਯਿਸੂ ਮਸੀਹ ਆਵੇਗਾ ਤੇ ਉਹੀ ਉਹਦੇ ਨਾਲ ਉਠਾਇਆ ਜਾਵੇਗਾ। ਜਿਹਦੇ ਕੋਲ ਵਚਨ ਨਹੀਂ ਹੈ ਉਹ ਕਦੀ ਵੀ ਉਠਾਇਆ ਜਾਵੇਗਾ ਨਹੀਂ। ਕਿਉਂਕਿ ਪ੍ਰਭੂ ਦੀ ਬਾਣੀ 'ਚ ਲਿਖਿਆ, ਜਦੋਂ ਅਸੀਂ ਆਮੋਸ ਦੀ ਪੱਤਰੀ ਵਿੱਚ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਵਾ, ਮੈਂ ਧਰਤੀ ਤੇ ਕਾਲ ਘੱਲਾਂਗਾ, ਨਾ ਰੋਟੀ ਦਾ ਨਾ ਪਾਣੀ ਦਾ। ਕਾਹਦਾ ਕਾਲ ਘੱਲਾਂਗਾ? ਪਰਮੇਸ਼ਵਰ ਦੀ ਬਾਣੀ ਸੁਣਨ ਦਾ ਕਾਲ ਹੋਵੇਗਾ। ਉਸ ਸਮੇਂ ਬਹੁਤ ਸਾਰੇ ਲੋਕ ਲਿਖਿਆ, ਬਹੁਤ ਸਾਰੇ ਨੌਜਵਾਨ ਮਰਦ, ਨੌਜਵਾਨ ਔਰਤਾਂ ਭੱਜੇ ਫਿਰਨਗੇ ਲਹਿੰਗੇ ਤੋਂ ਚੜ੍ਹਦੇ ਤੀਕ, ਕਿਤੇ ਉਹ ਸਾਨੂੰ ਪਰਮੇਸ਼ਵਰ ਦੀ ਬਾਣੀ ਮਿਲ ਜਾਵੇ, ਪਰ ਕਿਤੇ ਪਰਮੇਸ਼ਵਰ ਦੀ ਬਾਣੀ ਮਿਲੇਗੀ ਨਹੀਂ। ਕਿਉਂਕਿ ਇਹ ਬਾਈਬਲਾਂ ਜਿਹੜੀਆਂ ਸਾਡੇ ਕੋਲ, ਪਵਿੱਤਰ ਬਾਈਬਲ ਜਿਹੜੀ ਹੈ ਸਾਡੇ ਕੋਲ ਨਹੀਂ ਹੋਵੇਗੀ। ਬਹੁਤ ਸਾਰੀ ਮੁਸੀਬਤਾਂ ਦਾ ਸਮਾਂ ਹੋਵੇਗਾ ਇਸ ਧਰਤੀ ਉੱਤੇ ਤੇ ਵਚਨ ਸਾਡੇ ਕੋਲ, ਇਹ ਬਾਈਬਲ ਨਹੀਂ ਹੋਵੇਗੀ ਕਿਸੇ ਬਾਈਬਲ 'ਚ ਪੜ੍ਹ ਕੇ ਵਚਨ ਸੁਣਾਉਣਗੇ। ਜਿਹਦੇ ਅੰਦਰ ਇਹ ਵਚਨ ਹੋਵੇਗਾ ਉਹੀ ਨਾਲ ਦੂਜਿਆਂ ਨੂੰ ਕਹਿ ਰਿਹਾ, ਆਪ ਚਾਨਣ ਹੋਵੇਗਾ ਤੇ ਦੂਜਿਆਂ ਨੂੰ ਕਹੇਗਾ ਚਾਨਣ ਦੇਵੇਗਾ। ਕਿਉਂਕਿ ਪ੍ਰਭੂ ਦੀ ਬਾਣੀ 'ਚ ਲਿਖਿਆ, ਤੁਸੀਂ ਧਰਤੀ ਦੇ ਕੀ ਹੋ? ਚਾਨਣ। ਤੇ ਤੁਹਾਡਾ ਚਾਨਣ ਜਿਹੜਾ ਮਨੁੱਖਾਂ ਸਾਹਮਣੇ ਚਮਕਣਾ ਚਾਹੀਦਾ ਹੈ। ਸੋ ਜਦੋਂ ਚਾਨਣ ਸਾਡੇ ਵਿੱਚ ਹੋਵੇਗਾ, ਇਹ ਸਾਡਾ ਜਿਹੜਾ ਦੀਵਾ, ਦਿਲ ਦਾ ਜਿਹੜਾ ਦੀਵਾ ਹੈ, ਇਹ ਬਲਦਾ ਹੋਵੇਗਾ ਤੇ ਦੂਜਿਆਂ ਨੂੰ ਚਾਨਣ ਹੋਵੇਗਾ। ਜੇ ਅਸੀਂ ਆਪ ਹੀ ਬੁਝੇ ਪਏ ਹੋਵਾਂਗੇ ਤੇ ਫਿਰ ਕਿਸੇ ਨੂੰ ਚਾਨਣ ਦੇ ਸਕਦੇ ਨਹੀਂ ਆ। ਇਸ ਕਰਕੇ ਇਹ ਜਿਹੜਾ ਵਚਨ ਹੈ ਇਹ ਸਾਨੂੰ ਆਪਣੇ ਕੋਲ ਜਮ੍ਹਾਂ ਕਰ, ਜਿਹਦੇ ਕੋਲ ਵਚਨ ਹੋਵੇਗਾ ਉਸ ਟਾਈਮ ਤੇ ਦੂਜੇ ਨੂੰ ਸੁਣਾ ਕੇ ਉਹਨੂੰ ਬਚਾ ਸਕਦਾ ਹੈ। ਕਿਉਂਕਿ ਜਿਹਦੇ ਦਿਲ ਵਿੱਚ ਜਮ੍ਹਾਂ ਹੋਵੇਗਾ, ਬਾਈਬਲਾਂ ਸਾਡੇ ਕੋਲ ਨਹੀਂ ਹੋਣਗੀਆਂ। ਇਸ ਕਰਕੇ ਸਾਨੂੰ ਵਚਨ ਜਿਹੜਾ ਹੁਣ ਜਿੰਨਾ ਸਮਾਂ ਸੁਣ ਲੈਣਾ ਚਾਹੀਦਾ, ਕਿਉਂਕਿ ਲਿਖਿਆ ਧਰਤੀ ਲੱਗੀ ਪੈ ਜਾਣਾ ਵਾ, ਛਾਲ ਪੈ ਜਾਣਾ ਵਾ। ਤੇ ਜਦੋਂ ਵੀ ਕਿਸੇ ਵੀ ਚੀਜ਼ ਬਾਰੇ ਤੁਹਾਨੂੰ ਦੱਸ ਦਿੱਤਾ ਜਾਵੇ ਇਹ ਚੀਜ਼ ਜਿਹੜੀ ਬੰਦ ਹੋ ਜਾਣੀ ਹੈ, ਇਹਦਾ ਕੀ ਪੈ ਜਾਣਾ ਵਾ? ਕਾਲ ਪੈ ਜਾਣਾ ਵਾ। ਤੇ ਆਪਾਂ ਕੀ ਕੋਸ਼ਿਸ਼ ਕਰਦੇ ਹਾਂ? ਕਿਹਨੂੰ ਕੀ ਕਰ ਲਈਏ? ਜਮ੍ਹਾਂ ਕਰ ਲਈਏ, ਸਟਾਕ ਕਰ ਲੈਂਦੇ ਆਪਾਂ, ਜਮ੍ਹਾਂ ਕਰ ਲੈਂਦੇ ਆਪਾਂ। ਕਾਫੀ ਵੇਖੋ ਜਿੰਨੇ ਵੀ ਬਿਜ਼ਨਸਮੈਨ ਹੈ, ਜਿੰਨੇ ਵੀ ਵਪਾਰੀ ਲੋਕ ਹੈ, ਕੀ ਕਰਦੇ ਆ? ਗੋਦਾਮਾਂ ਦੇ ਵਿੱਚ ਕਰਦੇ ਆਪਣੇ ਵਾਸਤੇ ਸਾਰੀ ਜਿਹੜੀ ਚੀਜ਼ ਦਾ ਪਤਾ ਨਹੀਂ ਇਹਦੀ ਬੜੀ ਸ਼ਾਰਟੇਜ ਆਉਣ ਵਾਲੀ ਹੈ, ਇਹਦੇ ਬਹੁਤ ਜ਼ਿਆਦਾ ਇਹਦੀ ਕਮੀ ਆ ਜਾਣੀ, ਇਹਦਾ ਕਾਲ ਪੈ ਜਾਣਾ ਵਾ, ਤੇ ਉਹਨੂੰ ਕਰਦੇ ਆ ਜਮ੍ਹਾਂ ਕਰ ਲੈਂਦੇ ਆ ਤੇ ਫਿਰ ਉਹਨੂੰ ਮਹਿੰਗੇ ਮੁੱਲ ਕੀ ਕਰਦੇ ਆ? ਵੇਚਦੇ ਆ। ਪਤਾ ਵੀ ਇਹਦਾ ਕਾਲ ਪੈ ਜਾਣਾ, ਲੋਕਾਂ ਨੇ ਆਪਣੇ ਆਪ ਇਹਦੀ ਕੀਮਤ ਜਿੰਨੀ ਕਮਾਂਗੇ ਮੂੰਹ ਮੰਗੀ ਕੀਮਤ ਦੇਣਗੇ। ਜਦੋਂ ਸਾਨੂੰ ਪਤਾ ਲੱਗਦਾ ਵਾ ਕਿ ਬਾਣੀ ਦਾ ਕਾਲ ਪੈ ਜਾਣਾ ਵਾ, ਫਿਰ ਆਪਾਂ ਬਾਣੀ ਕਿਉਂ ਨਹੀਂ ਜਮ੍ਹਾਂ ਕਰਦੇ? ਕਿੰਨਾ ਸਾਨੂੰ ਵਧੀਆ ਸਮਾਂ ਮਿਲਿਆ ਕਿ ਸਾਨੂੰ ਬਾਣੀ ਸੁਣਨ ਵਾਸਤੇ ਮਿਲ ਰਹੀ ਹੈ ਤੇ ਸਿੱਖਣ ਦੇ ਲਈ ਇਹਨੂੰ ਜਮ੍ਹਾਂ ਕਰ ਲਈਏ, ਕਿਉਂਕਿ ਉਹ ਸਮਾਂ ਆਵੇਗਾ ਜਦੋਂ ਕਾਲ ਪੈ ਜਾਵੇਗਾ। ਅੱਜ ਅਸੀਂ ਇਹਨੂੰ ਜਮ੍ਹਾਂ ਕਰ ਲਈਏ, ਕਿਉਂਕਿ ਪ੍ਰਭੂ ਦਾ ਆਉਣਾ ਵੀ ਕੀ ਆ? ਬਹੁਤ ਜ਼ਿਆਦਾ ਨੇੜੇ ਹੈ। ਤੁਸੀਂ ਪ੍ਰਭੂ ਦੀ ਬਾਣੀ 'ਚ ਪੜ੍ਹਦੇ ਤੇ ਲਿਖਿਆ, ਦੂਜੇ ਪੱਤਰ 'ਚ ਲਿਖਿਆ ਕਿ ਪਰਮੇਸ਼ਵਰ ਦਾ ਆਉਣਾ ਕਿੱਦਾਂ ਹੋਵੇਗਾ? ਚੋਰ ਦੀ ਨਿਆਈ ਹੋਵੇਗਾ। ਚੋਰ ਦੀ ਨਿਆਈ ਹੋਵੇਗਾ ਜਦੋਂ ਕਿਸੇ ਨੂੰ ਪਤਾ ਨਹੀਂ ਹੋਵੇਗਾ। ਜਿਵੇਂ ਨੂਹ ਦੇ ਸਮੇਂ 'ਚ ਹੋਇਆ ਕਿ ਲੋਕੀ ਵਿਆਹ ਕਰਦੇ, ਕਰਵਾਉਂਦੇ, ਨਸ਼ੇਬਾਜ਼ੀ ਕਰਦੇ, ਸਾਰੇ ਜੋ ਵੀ ਧਰਤੀ ਦੇ ਕੰਮ ਹੁੰਦੇ ਆ ਆਪਣੀ ਮਨਮਰਜ਼ੀ ਕਰਦੇ। ਉਸੇ ਤਰੀਕੇ ਨਾਲ ਹੁਣ ਵੀ ਉਹ ਸਮਾਂ ਆ ਗਿਆ, ਬਿਲਕੁਲ ਉਹੀ ਸਮਾਂ ਹੁਣ ਫਿਰ ਆ ਗਿਆ ਵਾ।
ਪਾਪ ਦੇ ਵਿੱਚ ਦੁਨੀਆ ਬਹੁਤ ਵੱਧ ਚੁੱਕੀ ਹੈ। ਲਿਖਿਆ ਪ੍ਰਭੂ ਦਾ ਨਾਮ ਚੋਰ ਨਹੀਂ ਹੋਵੇਗਾ। ਇਸ ਕਰਕੇ ਅਸੀਂ ਕੀ ਕਰਨਾ ਵਾ, ਇਸ ਵਚਨ ਨੂੰ ਸੁਣੀਏ, ਸੁਣ ਕੇ ਤੇ ਆਪਣੇ ਅੰਦਰ ਕੀ ਕਰੀਏ, ਜਮਾ ਕਰ ਲਈਏ। ਤੇ ਪ੍ਰਭੂ ਦੀ ਬਾਣੀ 'ਚ ਪੜ੍ਹਿਆ ਗਿਆ ਵਾ ਕਿ ਉਸ ਵੇਲੇ ਸੁਰਗ ਦਾ ਰਾਜ 10 ਕੁਵਾਰੀਆਂ ਵਰਗਾ ਹੋਵੇਗਾ, ਜਿਹੜੀਆਂ ਮਿਸਾਲਾਂ ਲੈ ਕੇ ਤੇ ਲਾੜੇ ਨੂੰ ਮਿਲਣ ਵਾਸਤੇ ਨਿਕਲੀਆਂ। ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਜਿਹੜੀ ਦੱਸੀ ਗਈ ਹੈ ਦ੍ਰਿਸ਼ਟਾਂਤ, ਕਿ ਉਸ ਵੇਲੇ ਸਵਰਗ ਦਾ ਰਾਜ ਜਿਹੜਾ 10 ਕੁਵਾਰੀਆਂ ਵਰਗਾ ਹੋਵੇਗਾ। ਉਹ ਕੁਵਾਰੀਆਂ ਜਿਹੜੀਆਂ 5 ਮੂਰਖ ਸੀ ਤੇ 5 ਕੀ ਸੀ, ਚਾਤਰ ਸੀ। ਜਿਹੜੀਆਂ ਮੂਰਖ ਸੀ ਉਹਨਾਂ ਨੇ ਆਪਣੀਆਂ ਮਸਾਲਾਂ ਤੇ ਲੈ ਲਈਆਂ, ਪਰ ਉਹਦੇ ਵਿੱਚ ਤੇਲ ਨਹੀਂ ਲਿਆ। ਜਿਹੜੀਆਂ ਚਾਤਰਾਂ ਨੇ ਉਹਨਾਂ ਦੇ ਮਸਾਲਾਂ 'ਚ ਤੇਲ ਹੈਗਾ, ਉਹਨਾਂ ਨਾਲ ਆਪਣੇ ਨਾਲ ਫਾਲਤੂ ਨਾਲ ਹੋਰ ਤੇਲ ਵੀ ਲੈ ਲਿਆ ਕਿ ਲੋੜ ਪੈ ਗਈ ਸੀ ਫੇਰ ਵਿੱਚ ਪਾ ਲਵਾਂਗੇ। ਇਸ ਕਰਕੇ ਪ੍ਰਭੂ ਯਿਸੂ ਮਸੀਹ ਦਾ ਆਉਣਾ ਜਿਹੜਾ ਵਾ 10 ਕੁਵਾਰੀਆਂ ਵਰਗਾ ਕਹਿੰਦਾ ਉਸ ਵੇਲੇ ਰਾਜ ਹੋਵੇਗਾ ਸਵਰਗ ਦਾ। ਔਰ ਉਹਨਾਂ ਵਿੱਚ 5 ਤਾਂ ਮੂਰਖ 5 ਚਾਤਰ ਸਨ, ਕਿਉਂਕਿ ਜਿਹੜੀਆਂ ਮੂਰਖੀਆਂ ਸੀ ਉਹਨਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਿਆ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਾਤਰਾਂ ਨੇ ਆਪਣੇ ਭਾਂਡਿਆਂ 'ਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ, ਅਤੇ ਜਦ ਲਾੜੇ ਨੇ ਚਿਰ ਲਾਇਆ ਤਾਂ ਉਹ ਸਭ ਊਂਘ ਪਈਆਂ ਤੇ ਸੌਂ ਗਈਆਂ। ਜਦੋਂ ਲਾੜੇ ਨੇ ਚਿਰ ਲਾਇਆ ਤੇ ਸਾਰੀ ਕੀ ਹੋ ਗਈਆਂ, ਊਂਘ ਪਈਆਂ। ਊਂਘ ਪੈਣ ਦਾ ਕੀ ਮਤਲਬ, ਹੰਗਲਾਉਣ ਲੱਗ ਪਈਆਂ। ਪਗਲੇ ਹੰਗਲਾਉਣ ਲੱਗ ਪੈਂਦੇ, ਨੀਂਦ ਆਉਣੀ ਸ਼ੁਰੂ ਹੋ ਗਈ ਉਹਨਾਂ ਨੂੰ। ਜੇ ਲਾੜੇ ਨੇ ਚਿਰ ਲਾਇਆ ਤਾਂ ਉਹਨਾਂ ਨੂੰ ਕੀ ਹੋ ਗਈ, ਨੀਂਦ ਆਉਣੀ ਸ਼ੁਰੂ ਹੋ ਗਈ। ਅੱਜ ਵੀ ਥੋੜਾ ਜਿਹਾ ਬੱਚਨ ਦਾ ਟਾਈਮ ਲੱਗ ਜਾਵੇ ਤਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ। ਪਰ ਮੈਂ ਇਹ ਗੱਲ ਨਹੀਂ ਇਸ ਲਈ ਕਰਾਂਗਾ, ਯਿਸੂ ਮਸੀਹ ਬਾਰੇ ਗੱਲ ਕਰਾਂਗੇ। ਜਦੋਂ ਯਿਸੂ ਮਸੀਹ ਆਪਣੇ ਲੋਕਾਂ ਨੂੰ ਉਠਾਉਣ ਵਾਸਤੇ ਆਵੇਗਾ ਤੇ ਲਿਖਿਆ ਸਮਝ ਬਾਣੀ ਦੱਸਦੀ ਕਿ ਬਹੁਤ ਸਾਰੇ ਲੋਕਾਂ ਨੂੰ, ਜਦੋਂ ਅਸੀਂ ਇਹ ਆਉਣ ਦੇ ਸਾਰੇ ਨਿਸ਼ਾਨ ਪੜ੍ਹਦੇ, ਲਿਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਕੀ ਹੋ ਜਾਵੇਗੀ, ਪ੍ਰੀਤ ਜਿਹੜੀ ਕੀ ਹੋ ਜਾਵੇਗੀ, ਠੰਡੀ ਹੋ ਜਾਵੇਗੀ, ਠੰਡੀ ਪੈ ਜਾਵੇਗੀ ਕਿ ਪਤਾ ਨਹੀਂ ਪ੍ਰਭੂ ਨੇ ਕਦੋਂ। ਅਸੀਂ ਜਦੋਂ ਦੂਸਰੇ ਪਤਰਸ ਵਿੱਚ ਪੜ੍ਹਦੇ ਹਾਂ ਉੱਥੇ ਲਿਖਿਆ ਵਾ ਕਿ ਪ੍ਰਭੂ ਵਾਸਤੇ ਇੱਕ ਦਿਨ ਜਿਹੜਾ ਕਦੋਂ ਕਿੰਨੇ ਚਿਰ ਵਰਗਾ ਵਾ, 1000 ਵਰੇ ਵਰਗਾ, ਤੇ 1000 ਵਰਗਾ ਕਿੰਨੇ ਚਿਰ ਵਰਗਾ ਵਾ, ਇੱਕ ਦਿਨ ਵਰਗਾ ਵਾ। ਜਿਹੜਾ ਕੰਮ ਉਹਨੇ ਅੱਜ ਕਰਨਾ ਚਾਹੇ ਤਾਂ 1000 ਸਾਲ ਨੂੰ ਕਰੇ। ਯਿਸੂ ਮਸੀਹ ਨੇ ਅੱਜ ਆਉਣਾ ਤੇ ਚਾਹੇ ਉਹਦੀ ਮਰਜ਼ੀ ਆ ਤੇ 1000 ਸਾਲ ਨੂੰ ਆਵੇ, ਤੇ ਜੇ ਉਹਨੇ 1000 ਸਾਲ ਨੂੰ ਆਉਣਾ ਤੇ ਚਾਹੇ ਤਾਂ ਅੱਜ ਹੀ ਆ ਜਾਵੇ। ਜਿਹੜਾ ਕੰਮ ਉਹਨੇ ਉਦੋਂ ਕਰਨਾ 1000 ਸਾਲ ਨੂੰ ਅੱਜ ਵੀ ਕਰ ਸਕਦਾ। ਲਿਖਿਆ ਪਰਮੇਸ਼ਰ ਦਾ ਚੋਰ ਵਾਂਗੂ। ਲਿਖਿਆ ਕਾਫੀ ਲੋਕ ਜਿਹੜੇ ਮੱਠੇ ਦਾ ਭਰਮ ਕਰਦੇ, ਇਸ ਜਗ੍ਹਾ ਤੇ ਲਿਖਿਆ ਮੱਠੇ ਦਾ ਭਰਮ ਕਰਦੇ ਆ। ਮੱਠੇ ਦਾ ਭਰਮ ਕੀ ਹੈ, ਪ੍ਰਭੂ ਆਪਣੇ ਵਾਅਦੇ ਦਾ ਕੀ ਹੈ, ਮੱਠਾ ਹੈ ਕਿ ਬੜੇ ਸਾਲਾਂ ਤੋਂ ਜਿਉਂ ਅਸੀਂ ਇਸ ਧਰਤੀ ਉੱਤੇ ਪੈਦਾ ਹੋਏ ਹਾਂ, ਅਸੀਂ ਸੁਣਦੇ ਆ ਰਹੇ ਕਿ ਯਿਸੂ ਮਸੀਹ ਨੇ ਆ ਜਾਣਾ, ਯਿਸੂ ਮਸੀਹ ਨੇ ਆ ਜਾਣਾ, ਆਪਣੇ ਲੋਕਾਂ ਨੂੰ, ਚੁਣੇ ਹੋਏ ਲੋਕਾਂ ਨੂੰ ਉਠਾ ਕੇ ਲੈ ਜਾਣਾ ਵਾ, ਤੇ ਅਜੇ ਤੱਕ ਤਾਂ ਯਿਸੂ ਮਸੀਹ ਆਇਆ ਹੀ ਨਹੀਂ ਹੈ। ਪਤਾ ਨਹੀਂ ਕਦੋਂ ਆਉਣਾ, ਅਜੇ ਬੜਾ ਟਾਈਮ ਲੱਗ ਜਾਣਾ। ਕਹਿੰਦਾ ਬਹੁਤ ਸਾਰੇ ਲੋਕ ਮੱਠੇ ਦਾ ਭਰਮ ਕਰਦੇ, ਲਿਖਿਆ ਪਰ ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ ਹੈ, ਸਗੋਂ ਸਾਡੇ ਤੇ ਰਹਿਮ ਕਰਦਾ, ਸਾਡੇ ਤੇ ਭਲਾਈ ਕਰਦਾ। ਕਿਉਂਕਿ ਲਿਖਿਆ ਪ੍ਰਭੂ ਨਹੀਂ ਚਾਹੁੰਦਾ ਕਿ ਕੋਈ ਵੀ ਪਾਪੀ ਜਿਹੜਾ ਪਾਪ ਵਿੱਚ ਮਾਰੇ ਜਾਵੇ, ਸਗੋਂ ਸਾਨੂੰ ਸਮਾਂ ਦੇਈ ਜਾ ਰਿਹਾ ਵਾ, ਪ੍ਰਭੂ ਸਮਾਂ ਦੇਈ ਜਾ ਰਿਹਾ ਵਾ, ਤਾਂ ਜੋ ਹਰੇਕ ਪਾਪੀ ਆਪਣੇ ਪਾਪ ਨੂੰ ਮੰਨ ਕੇ ਛੱਡੇ, ਤੋਬਾ ਕਰੇ, ਬਪਤਿਸਮਾ ਲਵੇ ਤੇ ਬਚਾਇਆ ਜਾਵੇ। ਸਾਡੇ ਬਚਾਅ ਦੇ ਕਾਰਨ ਪ੍ਰਭੂ ਟਾਈਮ ਲਾ ਰਿਹਾ ਵਾ ਕਿ ਅਸੀਂ ਅਜੇ ਵੀ ਬਚ ਜਾਈਏ, ਅਜੇ ਵੀ ਬਚ ਜਾਈਏ, ਅਜੇ ਵੀ ਬਚ ਜਾਈਏ। ਪਰ ਜੇ ਨਾ ਬਚਾਂਗੇ ਤਾਂ ਫਿਰ ਪ੍ਰਭੂ ਇੱਕ ਦਿਨ ਛੋੜ ਨੂੰ ਅਚਾਨਕ ਆ ਪਵੇਗਾ, ਸਾਨੂੰ ਪਤਾ ਨਹੀਂ ਹੋਵੇਗਾ, ਅਚਾਨਕ ਆ ਪਵੇਗਾ। ਜਿਵੇਂ ਤੁਸੀਂ ਇਹ ਪੜ੍ਹਦੇ ਹੋ ਨਾ ਨਿਸ਼ਾਨਾਂ ਦੇ ਵਿੱਚ, ਮਤੀ ਦੀ ਇੰਜੀਲ ਵਿੱਚ, ਕਿ ਇੱਕ ਜਾਣੀ ਚੱਕੀ ਪੀਂਦੀ ਹੋਵੇਗੀ, ਕਿੰਨੀਆਂ ਜਾਣੀਆਂ, 2 ਜਾਣੀਆਂ, 2 ਜਾਣੀ ਚੱਕੀ ਵੀ, ਇੱਕ ਲੈ ਲਈ ਜਾਵੇਗੀ ਤੇ ਇੱਕ ਛੱਡ ਦਿੱਤੀ। ਜਿਹੜੇ ਖੇਤ 'ਚ ਕੰਮ ਕਰਦੇ ਕਿੰਨੇ ਜਾਣੇ, 2 ਜਾਣੇ, ਇੱਕ ਲੈ ਲਿਆ ਜਾਵੇ, ਇੱਕ ਛੱਡ ਦਿੱਤਾ ਜਾਵੇਗਾ। ਲਾਗੇ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਬੈਠੇ ਹਾਂ, ਇਹਦੇ ਵਿੱਚ ਹੁਣ ਮੈਂ ਨਹੀਂ ਜਾਣਦਾ ਜਾਂ ਤੁਸੀਂ ਨਹੀਂ ਜਾਣਦੇ, ਪ੍ਰਭੂ ਜਾਣਦਾ ਹੈ। ਇਹਦੇ ਵਿੱਚੋਂ ਕਿੰਨੇ ਉਠਾ ਲਿਆ ਜਾਣਗੇ ਤੇ ਕਿੰਨੇ ਇੱਥੇ ਛੱਡ ਦਿੱਤੇ ਜਾਣਗੇ। ਇਸ ਤਰ੍ਹਾਂ ਬੈਠਿਆਂ ਵਿੱਚੋਂ ਇਸ ਤਰ੍ਹਾਂ ਪ੍ਰਭੂ ਦਾ ਆਉਣਾ ਹੋਵੇਗਾ। ਸੋ ਲਿਖਿਆ ਜਦੋਂ ਲਾੜੇ ਨੇ ਚਿਰ ਲਾਇਆ, ਉਹਨਾਂ ਨੂੰ ਨੀਂਦਰ ਆਉਣੀ ਸ਼ੁਰੂ ਹੋ ਗਈ, ਨੀਂਦਰ ਆਉਣ ਲੱਗ ਪਈਆਂ। ਤੇ ਪੜ੍ਹਦੇ ਆਪਾਂ ਅੱਗੇ 6 ਅਤੇ ਜਦ ਲਾੜੇ ਨੇ ਚਿਰ ਲਾਇਆ, ਉਹ ਸਭ ਉਂਘ ਪਈਆਂ ਅਤੇ ਸੌਂ ਗਈਆਂ। ਅੱਧੀ ਰਾਤ ਨੂੰ ਧੁੰਮ ਪਈ, ਉਹ ਲਾੜਾ ਆਇਆ, ਉਹਦੇ ਮਿਲਣ ਨੂੰ ਨਿਕਲੋ। ਅੱਧੀ ਰਾਤ ਨੂੰ ਧੁੰਮ ਪੈ ਗਈ, ਵੇਖੋ ਲਾੜਾ ਆ ਗਿਆ ਤੇ ਉਹਦੇ ਮਿਲਣ ਵਾਸਤੇ ਨਿਕਲੋ। ਬੜੀ ਖੁਸ਼ੀ ਹੋਈ ਕਿ ਲਾੜਾ ਆ ਗਿਆ। ਜੇ ਵੇਖਦੇ ਬਰਾਤ ਆਉਂਦੀ, ਸਾਰਿਆਂ ਨੂੰ ਇਹੋ ਹੀ ਉਡੀਕ ਹੁੰਦੀ ਕਿ ਬਰਾਤ ਨਹੀਂ ਆਈ, ਬਰਾਤ ਨਹੀਂ ਆਈ। ਸਾਰੇ ਲੋਕੀ ਬਸ ਇਸੇ ਇੰਤਜ਼ਾਰ ਵਿੱਚ ਹੁੰਦੇ ਆ ਕਿ ਬਰਾਤ ਆਉਣ ਵਾਲੀ ਹੈ। ਇਸ ਤਰ੍ਹਾਂ
ਯੀਸ਼ੂ ਦੀ ਵੀ ਉਡੀਕ ਜਿਹੜੇ ਪ੍ਰਭੂ ਦੇ ਲੋਕ ਨੇ ਨਾ, ਜਿਹੜੇ ਚਾਹੁੰਦੇ ਕਿ ਜਿਨ੍ਹਾਂ ਨੇ ਇਹ ਵਿਸ਼ਵਾਸ ਹੈ ਕਿ ਅਸੀਂ ਪ੍ਰਭੂ ਦੇ ਨਾਲ ਉੱਡ ਕੇ ਜਾਣਾ ਹੈ, ਜਿਹੜੇ ਬੰਦਗੀ ਆਰਾਧਨਾ ਕਰਦੇ ਆ, ਆਪਾਂ ਸਾਰੇ ਆਰਾਧਨਾ ਕਰਦੇ ਆ, ਕਰੋੜਾਂ ਅਰਬਾਂ ਲੋਕ ਪ੍ਰਭੂ ਦੀ ਆਰਾਧਨਾ ਕਰਦੇ ਆ। ਸਾਰਿਆਂ ਨੂੰ ਇਹ ਵਿਸ਼ਵਾਸ ਹੈ, ਵਿਸ਼ਵਾਸ ਰੱਖਿਆ ਹੋਇਆ ਕਿ ਅਸੀਂ ਕੀ ਕਰਨਾ, ਪ੍ਰਭੂ ਦੇ ਨਾਲ ਉਠਾਏ ਜਾਣਾ ਹੈ। ਪਰ ਇਹ ਪ੍ਰਭੂ ਜਾਣਦਾ ਕਿ ਕੋਨੇ ਕਿਹਨੂੰ ਕਿਹਨੂੰ ਉਠਾਉਣਾ ਜਾਂ ਕਿਹਨੂੰ ਨਹੀਂ ਉਠਾਉਣਾ, ਪ੍ਰਭੂ ਜਾਣਦਾ ਹੈ। ਸਾਰਿਆਂ ਨੂੰ ਉਠਾਏ। ਦੇਖੋ ਲਿਖਿਆ ਸਵਰਗ ਦੇ ਰਾਜ ਦੇ ਭਾਗੀ ਜਿਹੜੇ ਜਿਹੜੇ ਲੋਕ ਜਾਣਗੇ ਸਵਰਗ ਵਿੱਚ, ਵਿਰਲੇ ਲੋਕ ਹੀ ਹੋਣਗੇ। ਕਿੰਨੇ ਹੋਣਗੇ? ਵਿਰਲੇ। ਭੀੜਾਂ ਨਹੀਂ ਚਲੇ ਜਾਣੀਆਂ, ਵਿਰਲੇ ਹੀ ਹੋਣਗੇ। ਇਸ ਕਰਕੇ ਲਿਖਿਆ ਜਦੋਂ ਚਿਰ ਲਾਇਆ, ਊਂਘ ਪਈਆਂ ਨਾਲ ਨੀਂਦਰ ਆਉਣੀ ਸ਼ੁਰੂ ਹੋ ਗਈ, ਉਦੋਂ ਅਚਾਨਕ ਰੌਲਾ ਪੈ ਗਿਆ, ਦੇਖੋ ਲਾੜਾ ਆਇਆ, ਉਹਦੇ ਮਿਲਣ ਵਾਸਤੇ ਨਿਕਲੋ। ਹਾਂਜੀ ਪੜ੍ਹੀ। ਤਦ ਉਹਨਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ, ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ, ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ। ਅਤੇ ਜਦ ਉਹ ਮੁੱਲ ਲੈਣ ਗਈਆਂ, ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਹਾਲੇਲੂਇਆ, 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 ਹਾਲੇਲੂਇਆ। ਜਦੋਂ ਪਤਾ ਲੱਗਾ ਕਿ ਲਾੜਾ ਆ ਗਿਆ, ਰੌਲਾ ਪੈ ਗਿਆ, ਸਾਰੀਆਂ ਕੁਆਰੀਆਂ ਉੱਠੀਆਂ। ਕਿੰਨੀਆਂ ਉੱਠੀਆਂ? ਸਾਰੀਆਂ 10 ਜਿਹੜੀਆਂ ਮੂਰਖ ਸੀ, ਜਿਹੜੇ ਚਾਦਰ, ਸਾਰੀਆਂ ਨੇ ਤਿਆਰੀ ਕੀਤੀ, ਕਿਉਂਕਿ ਬੰਦਗੀ ਤਾਂ ਸਾਰੇ ਇੱਕੋ ਜਿਹੀ ਕਰ ਰਹੇ। ਇੱਥੇ ਜਿੰਨੇ ਜਾਣੇ ਬੈਠੇ ਸਾਰੇ ਬੰਦਗੀ ਕਰ ਰਹੇ, ਸਾਰੇ ਭਜਨ ਗਾ ਰਹੇ, ਸਾਰੇ ਪ੍ਰਾਰਥਨਾ ਕਰਦੇ। ਕਿਹੜਾ ਪ੍ਰਾਰਥਨਾ ਕਰਦਾ? ਰੋਜ਼ ਪ੍ਰਾਰਥਨਾ ਕਰਦੇ। ਸਾਰੇ ਕਰਦੇ ਹੋ ਨਾ? ਸਾਰੇ ਰੋਜ਼ ਪ੍ਰਾਰਥਨਾ ਕਰਦੇ ਜਿੰਨੇ ਹੁੰਦੇ, ਤੇ ਭਜਨ ਵੀ ਗਾਉਂਦੇ ਆ, ਮੇਰੇ ਖਿਆਲ ਬੱਚੇ ਵੀ ਪੜ੍ਹਦੇ ਹੋਣਗੇ, ਪਰ ਸਾਰੇ ਉਠਾਏ ਜਾਣੇ ਨਹੀਂ। ਇਹ 'ਚ ਪ੍ਰਭੂ ਜਾਣਦਾ ਹੈ। ਪ੍ਰਭੂ ਦਿਨਾਂ ਦੇ ਗੁਰਦਿਆਂ ਜਾਚਣਾ ਪਰਮੇਸ਼ਰ ਜਿਹਦਾ ਜਿਹੜਾ ਪਿਆਰ ਹੈ ਉਹਨੂੰ ਉਠਾਏਗਾ। ਅਸੀਂ ਤਿਆਰੀ ਦਾ ਸਾਰਾ ਕਿਤੇ ਵਿਸ਼ਵਾਸ ਰੱਖਿਆ, ਸਾਰੇ ਉਠਾਏ ਜਾਣਾ ਹੈ, ਤੇ ਤਿਆਰੀ ਵੀ ਅਸੀਂ ਸਾਰੇ ਹੀ ਕਰਨੀ ਹੈ ਕਿ ਪ੍ਰਭੂ ਆ ਗਿਆ ਬਈ, ਆਉਣ ਦਾ ਸਮਾਂ ਸੀ, ਉਹਦੇ ਨਾਲ ਉਠਾਏ ਜਾਣਾ। ਦੇਖਿਆ 10 ਕੁਆਰੀਆਂ ਨੇ, ਸਾਰੀਆਂ ਨੇ ਤਿਆਰੀ ਕੀਤੀ ਕਿ ਲਾੜੇ ਨੂੰ ਮਿਲਣ ਵਾਸਤੇ ਨਿਕਲੀਆਂ, ਆਪਣੀਆਂ ਮਸਾਲਾਂ ਨਾਲ ਤਿਆਰ ਕੀਤੀਆਂ ਕਿ ਲਾੜਾ ਆ ਗਿਆ। ਅਸੀਂ ਕਰਨਾ ਆਪਣੀਆਂ ਮਸਾਲਾਂ ਨੂੰ ਜਗਾ ਲਈਏ, ਤੁਹਾਨੂੰ ਵੇਖੀਏ ਅੱਗੇ ਜਾ ਕੇ, ਕਿਉਂਕਿ ਧੁੰਦ ਕਦੋਂ ਪਈ ਸੀ? ਅੱਧੀ ਰਾਤ ਨੂੰ, ਤੇ ਉਦੋਂ ਮਸਾਲਾਂ ਉਹਨਾਂ ਜਗਾਉਣੀਆਂ ਸੀ। ਆਪਣੀਆਂ ਮਸਾਲਾਂ ਤਿਆਰ ਕੀਤੀਆਂ ਕਿ ਆਓ। ਅੱਧੀ ਰਾਤ ਨੂੰ ਯਿਸੂ ਆਇਆ, ਉਦੋਂ ਮਸਾਲਾਂ ਜਗਾਉਣੀਆਂ ਸੀ। ਅੱਜ ਵੀ ਇਹ ਪਾਪ ਦੇ ਵਿੱਚ ਰਾਤ ਕਿਹਨੂੰ ਵਿਖਾਉਂਦੀ ਹੈ? ਆਪਣੀ ਰਾਤ ਕਿਹਨੂੰ ਵਿਖਾਉਂਦੀ ਹੈ? ਪਾਪ। ਹਨੇਰਾ ਜਿਹੜਾ ਪਾਪ ਨੂੰ ਵਿਖਾਉਂਦਾ। ਜਦੋਂ ਪਾਪ ਦੇ ਵਿੱਚ ਇਹ ਸੰਸਾਰ ਜਿਹੜਾ ਸਾਰਾ ਪਾਪ ਨਾਲ ਭਰ ਚੁੱਕਾ ਵਾ, ਪਾਪ ਦਾ ਹਨੇਰਾ ਛਾ ਚੁੱਕਾ ਵਾ, ਸੋ ਇਹਦੇ ਵਿੱਚ ਕੀ ਕਰਨਾ ਵਾ? ਆਪਣੀਆਂ ਮਸ਼ਾਲਾਂ ਜਗਾ ਕੇ ਫਿਰ ਅਸੀਂ ਪ੍ਰਭੂ ਨੂੰ ਕਰਨਾ। ਜੇ ਮਸ਼ਾਲਾਂ ਜਗਣਗੀਆਂ ਫਿਰ ਜਾਵਾਂਗੇ। ਲਿਖਿਆ ਅੱਧੀ ਰਾਤ ਨੂੰ ਧੁੰਦ ਪਈ, ਲਾੜਾ ਆ ਗਿਆ, ਸਭਨਾਂ ਨੇ ਉੱਠ ਕੇ ਮਸ਼ਾਲਾਂ ਤਿਆਰ ਕੀਤੀਆਂ ਕਿ ਅਸੀਂ ਜਾ ਕੇ ਲਾੜੇ ਨੂੰ ਕਰੀਏ, ਮਿਲੀਏ। ਅਤੇ ਮੂਰਖਾਂ ਨੇ ਚਾਦਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਸਾਨੂੰ ਕੁਝ ਦਿਓ, ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ। ਜਿਹੜੀਆਂ ਮੂਰਖਾਂ ਸੀ ਉਹਨਾਂ ਨੇ ਫਿਰ ਚਾਦਰਾਂ ਨੂੰ ਕਿਹਾ, ਥੋੜਾ ਤੇਲ ਹੈਗਾ ਸੀ, ਉਹ ਤੇ ਬਲ ਗਿਆ, ਤੇ ਬਾਅਦ ਵਿੱਚ ਜਦੋਂ ਉਹ ਦੀਵਾ ਬੁਝਣਾ ਸ਼ੁਰੂ ਹੋ ਜਾਂਦਾ, ਫਿਰ ਥੋੜਾ ਜਿਹੜੇ ਕਰਦਾ ਵਾ, ਉਹ ਝਮੱਕੇ ਦੇ ਮਾਰਨੇ ਸ਼ੁਰੂ ਕਰ ਦਿੰਦਾ ਵਾ। ਹਾਲੇਲੂਇਆ, ਹਾਲੇਲੂਇਆ। ਵੇਖੇ ਦੀਵੇ ਸਾਰਿਆਂ ਨੇ? ਕਾਫੀ ਲੋਕਾਂ ਨੇ ਦੀਵੇ ਨਹੀਂ ਵੇਖੇ ਹੋਣੇ। ਮੋਮਬੱਤੀਆਂ ਆ ਗਈਆਂ, ਜ਼ਿਆਦਾ ਟਾਈਮ ਤੋਂ ਮੋਮਬੱਤੀਆਂ ਆ ਗਈਆਂ, ਮੋਮਬੱਤੀਆਂ ਹੁਣ ਘੱਟ ਗਈਆਂ ਨੇ। ਆ ਥੋੜੇ ਦਿਨ ਬੱਤੀ ਜਾਣ ਦੇ ਵਿੱਚ ਉੱਥੇ ਮੋਮਬੱਤੀਆਂ ਫਿਰ ਵੇਖੀਆਂ ਹੋਣੇ ਨੇ, ਤੇ ਇਨਵੇਟਰ ਆ ਗਏ ਨੇ, ਬੱਤੀ ਦਾ ਪਤਾ ਨਹੀਂ ਲੱਗਦਾ ਆਈ ਹੈ ਕਿ ਨਹੀਂ ਆਈ, ਕਿ ਗਈ ਹੈ, ਕੀ ਪਤਾ ਨਹੀਂ ਲੱਗਦਾ। ਦੀਵੇ ਕਾਫੀ ਲੋਕਾਂ ਨੂੰ ਤੁਸੀਂ ਵੇਖੇ, ਜਿਹੜੇ ਸਿਆਣੇ ਲੋਕ ਉਹਨਾਂ ਵੇਖੇ ਹੋਣੇ, ਜਿਹਦੇ ਵਿੱਚ ਇੱਕ ਦੀਵਾ ਹੁੰਦਾ ਸੀ, ਉਹਦੇ ਵਿੱਚ ਕੀ ਕਰਦੇ ਆ, ਇੱਕ ਰੀੜ ਜੀ ਪਾ ਦਿੰਦੇ ਸੀ, ਉਹਨੂੰ ਫਿਰ ਅੱਗ ਲਾਉਂਦੇ ਸੀ, ਉਹ ਵੱਟੀ ਜਿਹੜੀ ਹੈ ਫਿਰ ਦੀਵਾ ਜਿਹੜਾ ਉਹ ਜਗਦਾ ਰਹਿੰਦਾ ਸੀ ਉਹਦੇ ਨਾਲ। ਜਦੋਂ ਖਤਮ ਹੁੰਦਾ ਸੀ ਫਿਰ ਭੁਮਾਕੇ ਜਿਹੇ ਮਾਰਨੇ ਸ਼ੁਰੂ ਕਰ ਦਿੰਦਾ, ਕੋਈ ਜਗਦਾ ਬੁਝਦਾ ਰਿਹਾ। ਲੇਕਿਨ ਜਦੋਂ ਉਹਨਾਂ ਜਗਣ ਬੁਝਣ ਲੱਗ ਪਿਆ, ਦੀਵਾ ਮਸਾਲਾ ਜਗਣ ਬੁਝਣ ਲੱਗ ਪਈਆਂ, ਤੇ ਉਹਨਾਂ ਨੇ ਜਿਹੜਾ ਚਾਦਰਾਂ ਜਿਹੜੀਆਂ ਉਹਨਾਂ ਨੂੰ ਪੁੱਛਦੀਆਂ ਨੇ ਮੂਰਖ ਜਿਹੜੀਆਂ, ਕਿ ਆਪਣੀਆਂ ਮਸਾਲਾਂ ਵਿੱਚੋਂ ਸਾਨੂੰ ਥੋੜ੍ਹਾ ਜਿਹਾ ਤੇਲ ਦਿਓ, ਕਿਉਂਕਿ ਸਾਡੀਆਂ ਮਸਾਲਾਂ ਕੀ ਬੁਝਦੀਆਂ ਜਾਂਦੀਆਂ ਨੇ, ਤੇ ਅਸੀਂ ਵੀ ਕਰੀਏ, ਜਗਾ ਲਈਏ। ਪਰ ਉਹਨਾਂ ਨੇ ਜਵਾਬ ਕੀ ਦਿੱਤਾ? ਕਹਿੰਦਾ ਸਾਡੇ ਕੋਲ ਸਾਡੇ ਜੋਗਾ ਹੀ, ਕੋਈ ਕਿਸੇ ਨੂੰ ਨਹੀਂ ਦਿੰਦਾ ਬਾਅਦ ਵਿੱਚ। ਇਹ ਯਾਦ ਰੱਖਿਓ, ਦੁਨੀਆ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੰਡ ਦਿੱਤੀਆਂ ਜਾਂਦੀਆਂ, ਹਰ ਚੀਜ਼ ਦਾ ਹਿੱਸਾ ਵੰਡਿਆ ਜਾਂਦਾ।
ਪਰ ਦੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਦੇ ਵੀ ਵੰਡੀਆਂ ਨਹੀਂ ਜਾਂਦੀਆਂ। ਇੱਕ ਕੀਤੀ ਹੋਈ ਭਗਤੀ ਤੇ ਇੱਕ ਪੜ੍ਹਾਈ ਕੀਤੀ, ਉਹਦੇ 'ਚ ਕੋਈ ਵੀ ਹਿੱਸਾ ਬਣਾਉਂਦਾ ਨਹੀਂ। ਹਾਲੇਲੂਇਆ, ਹਾਲੇਲੂਇਆ। ਜਿਹੜੀ ਅਸੀਂ ਪੜ੍ਹਾਈ ਕਰ ਲੈਂਦੇ ਹਾਂ, ਉਹ ਸਾਡੇ ਭੈਣ ਭਰਾ, ਉਹ ਸਾਡੇ ਮਾਂ ਪਿਓ, ਕੋਈ ਰਿਸ਼ਤੇਦਾਰ, ਕੋਈ ਵੀ ਉਹਦਾ ਹਿੱਸਾ ਬਣਾ ਸਕਦਾ ਨਹੀਂ, ਉਹ ਸਾਡੀ ਹੈ। ਜਿਹੜੀ ਅਸੀਂ ਭਗਤੀ ਕਰ ਲਈ, ਉਹਦਾ ਤੇ ਸਾਡੇ ਕੋਲ ਕੋਈ ਹਿੱਸਾ ਲੈ ਸਕਦਾ, ਉਹ ਸਾਡੇ ਵਾਸਤੇ ਹੀ ਹੈ, ਸਾਡੀ ਹੈ। ਜੋ ਅਸੀਂ ਭਗਤੀ ਕਰ ਲਈ, ਜੋ ਵੀ ਭਗਤੀ ਕਰ ਲਈ, ਨਾਮ ਦੀ ਜੋ ਕਮਾਈ ਕਰ ਲਈ, ਉਹ ਸਾਡੀ ਹੈ, ਉਹ 'ਚ ਕੋਈ ਹਿੱਸਾ ਨਹੀਂ ਵੰਡਾ ਸਕਦਾ। ਉਸ ਟਾਈਮ ਤੇ ਉਹਨਾਂ ਵੀ ਜਵਾਬ ਦਿੱਤਾ, ਕਹਿੰਦੇ ਕਿ ਸਾਡੇ ਕੋਲ ਆਪਣੇ ਜੋਗਾ ਹੀ, ਤੁਸੀਂ ਜਾਓ ਤੇ ਜਾ ਕੇ ਵੇਚਣ ਵਾਲਿਆਂ ਕੋਲੋਂ ਮੁੱਲ ਲੈ ਲਓ। ਹੁਣ ਵੀ ਇਹ ਤੇਲ ਵਿਕਦਾ ਕਿੱਥੇ? ਤੇਲ ਹੈ ਕੀ ਹੈ? ਤੇਲ ਪਰਮੇਸ਼ਰ ਦਾ ਕੀ ਆ? ਵਚਨ, ਪਰਮੇਸ਼ਰ ਦਾ ਪਾਕ ਕਲਾਮ, ਇਹ ਤੇਲ ਹੈ। ਔਰ ਦੀਵਾ ਕਿਹੜਾ ਵਾ? ਸਾਡਾ ਦਿਲ। ਸਾਡਾ ਦਿਲ ਕੀ ਹੈ? ਇਹ ਹਿਰਦਾ ਇੱਕ ਦੀਵਾ ਹੈ, ਇਹ ਦਿਲ ਇੱਕ ਦੀਵਾ ਹੈ। ਔਰ ਤੇਲ ਪਰਮੇਸ਼ਰ ਦਾ ਵਚਨ ਹੈ। ਤੇ ਹੁਣ ਤੇਲ ਮਿਲਦਾ ਕਿੱਥੋਂ ਆ ਬਈ? ਦੁਕਾਨਾਂ ਤੋਂ, ਵੇਚਣ ਵਾਲਿਆਂ ਤੋਂ। ਵੇਚਣ ਵਾਲੇ ਕੌਣ ਨੇ ਬਈ? ਹਾਂਜੀ, ਪਰਮੇਸ਼ਰ ਦੇ ਦਾਸ। ਹਾਲੀ ਕਿ ਵੇਚਦੇ ਨਹੀਂ ਹੈ, ਇੱਕ ਮਿਸਾਲ ਦਿੱਤੀ ਗਈ ਹੈ ਕਿ ਦੁਕਾਨਦਾਰ ਨੇ ਇਹਨਾਂ ਤੋਂ ਇਹ ਚੀਜ਼ ਮਿਲਣੀ ਹੈ, ਪਰਮੇਸ਼ਰ ਦੇ ਦਾਸਾਂ ਤੋਂ ਇਹ ਚੀਜ਼ ਮਿਲਣੀ। ਕਹਿੰਦੇ ਤੁਸੀਂ ਜਾ ਕੇ ਤੇ ਵਚਨ ਕੀ ਕਰੋ? ਉਹਨਾਂ ਦਾ ਦਾਸਾਂ ਕੋਲ ਜਾ ਕੇ ਹੋਰ ਸੁਣ ਲਵੋ, ਹੋਰ ਲੈ ਲਵੋ, ਉਹ ਤੇਲ ਉੱਥੋਂ ਹੋਰ ਲੈ ਆਓ ਤੁਸੀਂ, ਇਹ ਸਾਡੇ ਵਾਸਤੇ ਹੀ ਹੈ। ਜਦੋਂ ਇਹ ਗੱਲਾਂ ਬਾਤਾਂ ਕਰਦਿਆਂ ਸੀ ਤੇ ਉਹਨੇ ਚਿਰ ਨੂੰ ਕੀ ਹੋ ਗਿਆ? ਲਾੜਾ ਆ ਪਹੁੰਚਿਆ। ਉਹ ਸਮਾਂ ਆ ਗਿਆ ਕਿ ਲਾੜਾ ਪਹੁੰਚ ਗਿਆ। ਜਿਹੜੀਆਂ ਤੇ ਤਿਆਰ ਸੀ, ਜਿਹਨਾਂ ਦੀਆਂ ਮਸਾਲਾਂ ਜਗਦੀਆਂ ਸੀ, ਉਹ ਲਾੜੇ ਦੇ ਨਾਲ ਕੀ ਹੋ ਗਈਆਂ? ਅੰਦਰ ਲੰਘ ਗਈਆਂ। ਲਾੜੇ ਨਾਲ ਕੀ ਹੋ ਗਈਆਂ? ਅੰਦਰ ਲੱਗ ਗਈਆਂ ਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਜੋ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਤੇ ਬੂਹਾ ਬੰਦ ਕਰ, ਔਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ, ਸਾਡੇ ਲਈ ਖੋਲ ਦਿਓ। ਪਰ ਉਹਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਪਛਾਣਦਾ। ਇਸ ਕਰਕੇ ਜਾਗਦੇ ਰਹੋ, ਕਿਉਂ ਜੋ ਤੁਸੀਂ ਨਾ ਉਸ ਦਿਨ ਨਾ ਉਸ ਘੜੀ ਨੂੰ ਜਾਣਦੇ ਹੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਬਾਅਦ ਦੂਜੀਆਂ ਕੁਆਰੀਆਂ ਨੇ ਖੜਕਾਉਂਦੀਆਂ ਰਹੇ ਕੁੰਡਾ ਕਿ ਹੇ ਮਹਾਰਾਜ, ਸਾਡੇ ਲਈ ਖੋਲ ਦਿਓ, ਸਾਡੇ ਲਈ ਖੋਲ ਦਿਓ। ਬੜੇ ਤਰਲੇ ਪਾਏ, ਪਰ ਆਵਾਜ਼ ਕੀ ਅੰਦਰੋਂ ਆਈ? ਕੀ ਆਵਾਜ਼ ਆਈ? ਮੈਂ ਤੁਹਾਨੂੰ ਸੱਚ ਆਖਦਾ ਹਾਂ। ਝੂਠ ਨਹੀਂ ਬੋਲਿਆ, ਕਹਿੰਦਾ ਮੈਂ ਤੁਹਾਨੂੰ ਬਿਲਕੁਲ ਸੱਚ ਆਖਦਾ ਹਾਂ। ਐਵੇਂ ਨਹੀਂ ਮੈਂ ਕਹਿਣ ਡਿਆ ਕਿ ਤੁਹਾਨੂੰ ਮੈਂ ਜਾਣ ਕੇ ਤੇ ਫਿਰ ਵੀ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਜਾਣਦਾ ਨਹੀਂ। ਇਹ ਝੂਠ ਨਹੀਂ ਹੈਗਾ। ਜਿਵੇਂ ਕਈ ਲੋਕ ਕਹਿੰਦੇ ਨਾ, ਐਵੇਂ ਮੁੱਕਰ ਜਾਂਦੇ ਆ, ਵੈਸੇ ਸਭ ਕੁਝ ਪਤਾ, ਕਹਿੰਦੇ ਨਹੀਂ ਮੈਨੂੰ ਨਹੀਂ ਪਤਾ। ਇੱਥੇ ਕਹਿੰਦਾ ਬਿਲਕੁਲ ਤੁਹਾਨੂੰ ਮੈਂ ਸੱਚ ਆਖਦਾ ਕਿ ਮੈਂ ਤੁਹਾਨੂੰ ਜਾਣਦਾ ਹੀ, ਮੈਂ ਤੁਹਾਨੂੰ ਜਾਣਦਾ ਹੀ ਨਹੀਂ, ਪਛਾਣਦਾ ਹੀ ਤੁਸੀਂ ਕੌਣ ਹੋ। ਇਸ ਕਰਕੇ ਕਹਿੰਦਾ ਜਾਗਦੇ ਰਹੋ, ਕਿਉਂ ਜੋ ਤੁਸੀਂ ਨਾ ਉਸ ਦਿਨ ਨੂੰ ਨਾ ਉਸ ਘੜੀ ਨੂੰ ਜਾਣਦੇ ਕਿ ਪ੍ਰਭੂ ਦਾ ਆਉਣਾ ਕਦੋਂ ਹੋਵੇਗਾ। ਇਸ ਕਰਕੇ ਹਮੇਸ਼ਾ ਪ੍ਰਭੂ ਦੇ ਵਿੱਚ ਕੀ ਕਰਨਾ ਹੈ? ਸਰਗਰਮ ਰਹਿਣਾ ਹੈ, ਪ੍ਰਭੂ ਦੇ ਵਚਨ ਨੂੰ ਸਿੱਖਦੇ ਰਹਿਣਾ ਹੈ। ਸਾਡੇ ਵਿੱਚ ਤਾਂਘ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਵੇਲੇ ਸਾਨੂੰ ਪਰਮੇਸ਼ਰ ਦਾ ਵਚਨ ਮਿਲ ਜਾਵੇ ਤੇ ਅਸੀਂ ਕਰੀਏ ਇਹਨੂੰ ਆਪਣੇ ਅੰਦਰ ਕੀ ਕਰ ਲਈ? ਜਮ੍ਹਾਂ ਕਰ ਲਈ। ਕਿਉਂਕਿ ਇੱਕ ਦਿਨ ਸਮਾਂ ਆਵੇਗਾ ਜਦੋਂ ਕੀ ਹੋਏਗਾ? ਬਾਣੀ ਦਾ ਗਾਲ ਪੈ ਜਾਵੇਗਾ। ਇਹ ਬਾਣੀ ਤੇ ਸਾਨੂੰ ਮਿਲੇਗੀ ਨਹੀਂ, ਕਿਉਂਕਿ ਬਹੁਤ ਸਾਰੀਆਂ ਮੁਸੀਬਤਾਂ ਦਾ ਸਮਾਂ ਹੋਵੇਗਾ। ਉਸ ਵੇਲੇ ਅਸੀਂ ਮੁਸੀਬਤਾਂ ਬਾਰੇ ਵੇਖੀਏ ਤੇ ਇੰਨੀਆਂ ਮੁਸੀਬਤਾਂ ਧਰਤੀ ਤੇ ਆਉਣ ਵਾਲੀਆਂ ਨੇ, ਬਹੁਤ ਜ਼ਿਆਦਾ, ਕਿ ਜਿਹਦਾ ਝੱਲ ਪਾਉਣਾ ਇਨਸਾਨ ਦੇ, ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈਗੀ। ਇੰਨੀਆਂ ਮੁਸੀਬਤਾਂ ਆਉਣ ਵਾਲੀਆਂ ਨੇ। ਇਸ ਕਰਕੇ ਅਸੀਂ ਕਰੀਏ ਪਰਮੇਸ਼ਰ ਦੀ ਬਾਣੀ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਕਰੀਏ, ਸਿੱਖਿਆ ਕਰੀਏ, ਔਰ ਉਹਨਾਂ ਵਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਿਆ ਕਰੀਏ। ਕਿਉਂਕਿ ਨਿਰੇ ਸੁਣਨ ਦੇ ਨਾਲ ਵੀ ਕੁਛ ਵੀ ਹੁੰਦਾ ਨਹੀਂ। ਜੇ ਸੁਣਿਆ ਤੇ ਸੁਣ ਕੇ ਉਹਨੂੰ ਇੱਥੇ ਛੱਡ ਗਏ, ਸੁਣਨ ਤੇ ਦਹਿ ਬੜੇ ਧਿਆਨ ਹੈ, ਪਰ ਇੱਥੇ ਛੱਡ ਕੇ ਤਾਂ ਉਹਦਾ ਫਾਇਦਾ ਕੋਈ ਵੀ ਨਹੀਂ ਹੈ। ਸੁਣ ਕੇ ਤਾਂ ਉਹਨੂੰ ਕਰਨਾ ਵਾ ਜਮ੍ਹਾਂ ਕਰਨਾ। ਜਿਹੜੀ ਚੀਜ਼ ਆਪਾਂ ਜਮ੍ਹਾਂ ਕਰ ਲੈਂਦੇ ਨਾ ਤੇ ਉਹਨੂੰ ਕਰ ਲੈਣਾ ਆਪਾਂ ਭਾਈ ਕੀ ਕਰਦੇ? ਲੋੜ ਪੈਂਦੀ ਉਹਨੂੰ ਵਰਤ। ਆਪਣੇ ਘਰਾਂ ਵਿੱਚ ਤੁਸੀਂ ਕਰਦੇ ਹੋ 6 ਮਹੀਨਿਆਂ ਦੀ ਕਰਦੇ ਹੋ, ਕਣਕ ਜਮ੍ਹਾਂ ਕਰ ਲੈਂਦੇ ਹੋ, ਸਾਲ ਦੀ ਕਣਕ ਜਮ੍ਹਾਂ ਕਰ ਲੈਂਦੇ ਹੋ, ਤੇ ਜੇ ਲੋੜ ਪੈਂਦੀ ਤਾਂ ਉਦੋਂ ਕਰ ਲੈਂਦੇ ਹੋ। ਜਦੋਂ ਵੀ ਲੋੜ ਪੈਂਦੀ ਆ, ਥੋੜ੍ਹਾ ਜਿਹਾ ਡਰ ਵਿੱਚੋਂ ਆਟਾ ਘਟਣਾ ਸ਼ੁਰੂ ਕਰਦਾ ਵਾ, ਤੇ ਤੁਸੀਂ ਕਰਦੇ ਉਸੇ ਵੇਲੇ ਹੋਰ ਕੱਢਦੇ ਹੋ ਉੱਥੋਂ, ਤੇ ਫਿਰ ਉਹਨੂੰ ਚੱਕੀ ਤੇ ਛੱਡ ਆਉਂਦੇ ਹੋ। ਇੰਝ ਕਰਦੇ ਹੋ ਨਾ, ਲੋੜ ਵੇਲੇ ਨੂੰ ਕਰ ਲਿਓ, ਵਰਤਦੇ ਹੋ। ਜੇ ਕੋਈ ਪੈਸਾ ਧਨ ਦੌਲਤ ਅਸੀਂ ਜਮ੍ਹਾਂ ਕੀਤੀ ਆ ਤੇ ਉਹਨੂੰ ਕਰਦੇ, ਜੇ ਸਾਨੂੰ ਲੋੜ ਪਵੇ ਕਿਤੇ ਤੇ ਆਪਾਂ ਉਹਨੂੰ ਕਰ ਲੈਂਦੇ ਹਾਂ, ਵਰਤ ਲੈਂਦੇ ਹਾਂ। ਤੇ ਜੇ ਜਮ੍ਹਾਂ ਹੀ ਕੁਛ ਨਹੀਂ ਕੀਤਾ ਤੇ ਉਹਨਾਂ
ਲੋੜ ਵੇਲੇ ਵਰਤਣਾ ਕੀ ਹੈ। ਇਸ ਕਰਕੇ ਵਚਨ ਕਰਨਾ ਵਾ ਆਪਣੇ ਮਨਾਂ ਵਿੱਚ, ਹਿਰਦਿਆਂ ਵਿੱਚ ਜਮਾ ਕਰਨਾ ਵਾ। ਤੇ ਜਿਹਦੇ ਮਨ ਵਿੱਚ ਵਚਨ ਹੈ ਉਹ ਕਦੇ ਵੀ ਪਾਪ ਕਰਦਾ ਕਿਉਂ? ਕਿਉਂਕਿ ਪ੍ਰਭੂ ਆਪ, ਪ੍ਰਭੂ ਦਾ ਵਚਨ ਜਦੋਂ ਅੰਦਰ, ਪ੍ਰਭੂ ਕੀ ਹੈ? ਪ੍ਰਭੂ ਕੀ ਹੈ? ਵਚਨ। ਵਚਨ ਹੀ ਕੀ ਹੈ? ਲਿਖਿਆ ਸ਼ਬਦ ਹੀ ਪਰਮੇਸ਼ਰ ਹੈ। ਇਹ ਵਚਨ ਹੀ ਪਰਮੇਸ਼ਰ ਹੈ। ਜਦੋਂ ਸਾਡੇ ਅੰਦਰ ਹੋਵੇਗਾ ਨਾ, ਸਾਨੂੰ ਹਰ ਵੇਲੇ ਕਰੇਗਾ, ਗਾਈਡ ਕਰੇਗਾ, ਸਾਨੂੰ ਸਮਝਾਵੇਗਾ, ਸਿਖਲਾਵੇਗਾ ਕਿ ਇਹ ਕੰਮ ਨਹੀਂ ਤੁਸੀਂ ਕਰਨਾ। ਸਾਨੂੰ ਵਚਨ ਯਾਦ ਆਵੇਗਾ ਉਸੇ ਟਾਈਮ ਤੇ ਇਹ ਕੰਮ ਨਹੀਂ ਕਰਨਾ। ਆਪਾਂ ਕਰਨ ਲੱਗਾਂਗੇ, ਸਾਡੇ ਹੱਥ ਦੀਆਂ ਵੀ ਉਸੇ ਵੇਲੇ ਰੁਕ ਜਾਣਗੇ। ਤੇ ਉਹ ਤਾਂ ਫਿਰ ਪਾਪ ਹੀ ਹੈ ਨਾ। ਜੇ ਆਪਾਂ ਬਦੋ ਬਦੀ ਫੇਰ ਵੀ ਉਹ ਸਾਡੇ ਦਿਮਾਗ 'ਚ ਅਗਰ ਨਹੀਂ ਆਹ ਚੀਜ਼ ਪਾਪ ਹੈ, ਤਾਂ ਅਸੀਂ ਫੇਰ ਵੀ ਉਹਨੂੰ ਬਦੋ ਬਦੀ ਕਰ ਲੈਂਦੇ। ਵੇਖੋ ਵੇਖੀ ਦੁਨੀਆ ਦੇ ਨਾਲ ਵੇਖੋ ਵੇਖੀ, ਉਹ ਫਿਰ ਕੀ ਹੁੰਦਾ? ਪਾਪ ਹੁੰਦਾ। ਪਰ ਸਾਨੂੰ ਰੋਕਦਾ ਜ਼ਰੂਰ ਹੈ। ਇਹ ਕਦੀ ਵੀ ਸੋਚਿਆ ਸੀ ਭਾਵੇਂ ਕੰਮ ਕਰਦੇ ਜੋ ਮਰਜ਼ੀ, ਭਾਵੇਂ ਬਦੋ ਬਦੀ ਕਰ ਵੀ ਲੈਂਦੇ ਕਿ ਆਹ ਕੰਮ ਅਸੀਂ ਨਹੀਂ ਕਰਨਾ, ਪਰ ਅਸੀਂ ਵੇਖੋ ਵੇਖੀ ਕਰ ਲੈਂਦੇ। ਪਰ ਵਚਨ ਜਿਹਦੇ ਕੋਲ ਹੈਗਾ, ਵਚਨ ਉਹਦੇ ਦਿਮਾਗ 'ਚ ਜ਼ਰੂਰ ਉਸੇ ਟਾਈਮ ਹੋਵੇਗਾ, ਉਹਨੂੰ ਰੋਕੇਗਾ ਟੋਕੇਗਾ ਕਿ ਇਹ ਕੰਮ ਨਹੀਂ ਕਰਨਾ। ਪਰ ਜੇ ਹੁੰਦਾ ਤਾਂ ਫਿਰ ਨਿਰਾ ਸੁਣਨ ਵਾਲੇ ਨਹੀਂ ਬਣਨਾ। ਕਈ ਹੁੰਦੇ ਆ ਸੁਣ ਕੇ ਕੀ ਹੋ ਜਾਂਦਾ ਭਾਈ? ਸੁਣ ਕੇ ਕੀ ਹੋ ਜਾਂਦੇ ਆ? ਸੋਨੇ ਹੋ ਜਾਂਦੇ, ਸੋਨੇ ਜਿਹੇ ਹੋ ਜਾਂਦੇ ਉੱਥੇ। ਉਹ ਨਹੀਂ ਹੋ ਜਾਣਾ। ਕਾਇਮ ਰਹਿਣਾ ਪ੍ਰਭੂ ਵਿੱਚ, ਸਰਗਰਮ ਰਹਿਣਾ ਹੈ। ਜਦੋਂ ਵਚਨ ਸਾਡੇ ਮਨਾਂ ਵਿੱਚ ਹੋਵੇਗਾ ਤੇ ਅਸੀਂ ਫਿਰ ਕਦੀ ਵੀ ਪਾਪ ਨਹੀਂ ਕਰਾਂਗੇ। ਜਦੋਂ ਪਾਪ ਨਹੀਂ ਕਰਾਂਗੇ ਤੇ ਸਾਡੀ ਜ਼ਿੰਦਗੀ ਕੀ ਹੋਵੇਗੀ? ਪਵਿੱਤਰ ਹੋਵੇਗੀ। ਜਦੋਂ ਪਵਿੱਤਰ ਹੋਵਾਂਗੇ ਤੇ ਪ੍ਰਭੂ ਦੇ ਨਾਲ ਉਠਾਏ ਜਾਵਾਂਗੇ। ਇਸ ਕਰਕੇ ਵਚਨ ਨੂੰ ਆਪਣੇ ਹਿਰਦਿਆਂ ਵਿੱਚ ਜ਼ਰੂਰ ਜਮ੍ਹਾਂ ਰੱਖਣਾ ਹੈ। ਸੋ ਜੇ ਤੁਸੀਂ ਚਾਹੁੰਦੇ ਹੋ ਤੇ ਆਪਾਂ ਅੱਗੇ ਵੀ ਪੜ੍ਹ ਦਈਏ ਥੋੜ੍ਹਾ ਜਿਹਾ। ਹਾਂਜੀ, ਇੱਕ ਦ੍ਰਿਸ਼ਟਾਂਤ ਹੋਰ ਹੈ, ਉਹ ਵੀ ਥੋੜ੍ਹਾ ਜਿਹਾ ਪੜ੍ਹ ਦਈਏ 10-15 ਮਿੰਟ ਵਾਸਤੇ, ਕਿ ਸਮਾਪਤ ਕਰ ਦਈਏ। ਇੰਨਾ ਹੀ ਬੜਾ। ਹਾਂਜੀ, ਜੇ ਚਾਹੁੰਦੇ ਹੋ ਹੋਰ ਸੁਣਨਾ ਕਿ ਨਹੀਂ? ਹਾਲੇਲੂਇਆ, ਹਾਲੇਲੂਇਆ। ਹੋਰ ਸੁਣਨਾ ਚਾਹੁੰਦੇ ਹੋ ਕਿ ਨਹੀਂ ਸੁਣਨਾ? ਜਿਹਦੇ ਖੁਸ਼ੀ ਨਾਲ ਸੁਣਨਾ ਚਾਹੁੰਦੇ, ਕਹਿੰਦੇ ਖੁਸ਼ੀ ਨਾਲ ਦਾਨ ਹੈ ਤੇ ਖੁਸ਼ੀ ਨਾਲ ਸੁਣਨ ਵਾਲੇ ਨੂੰ ਪ੍ਰਭੂ ਬਰਕਤ ਦਿੰਦਾ ਵਾ। ਜਿਹੜਾ ਵੀ ਕੰਮ ਅਸੀਂ ਪ੍ਰਭੂ ਲਈ ਖੁਸ਼ੀ ਨਾਲ ਕਰਦੇ ਉਹਦੀ ਬਰਕਤ ਹੈ। ਤੇ ਜੇ ਆਪਾਂ ਰੋਂਦਿਆਂ ਢੋਂਦਿਆਂ ਕਰਦੇ ਤਾਂ ਉਹਦੀ ਕੋਈ ਬਰਕਤ ਨਹੀਂ ਹੈ। ਹਾਂਜੀ, ਸੁਣਨਾ ਚਾਹੁੰਦੇ ਹੋ ਕਿ ਨਹੀਂ? ਖੁਸ਼ੀ ਨਾਲ ਸਾਰੇ ਵੀ ਠੀਕ ਹੈ। ਆਪਣਾ ਉੱਚੀ ਨਾਰਾ ਬੋਲਾਂਗੇ ਜਿਹੜਾ ਇਹ ਸੁਣਨਾ ਚਾਹੁੰਦਾ। ਹਾਲੇਲੂਇਆ, 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 ਹਾਲੇਲੂਇਆ। ਸਾਈਂ ਅਸੀਂ ਹੋਰ ਅੱਗੇ ਵੀ ਇੱਕ ਦ੍ਰਿਸ਼ਟਾਂਤ ਉਹ ਵੀ ਪੜ੍ਹ ਲਵਾਂਗੇ। ਹਾਂਜੀ ਸੰਜੀ ਪੜ੍ਹੀ। ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪਰਦੇਸ ਨੂੰ ਜਾਣ ਲੱਗਿਆ ਆਪਣੇ ਚਾਕਰ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ, ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ। ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਦੇ ਮਨ 'ਚ ਲਿਖਿਆ, ਪ੍ਰਭੂ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤੀ ਹੈ, ਇੱਕ ਹੋਰ ਉਦਾਹਰਨ ਦਿੱਤੀ ਹੈ ਕਿ ਇਹ ਗੱਲ ਤੇ ਉਸ ਮਨੁੱਖ ਵਰਗੀ ਆ ਜਿਹਨੇ ਪ੍ਰਦੇਸ਼ ਨੂੰ ਜਾਣ ਲੱਗਿਆ, ਬਾਹਰ ਦੇਸ਼ ਨੂੰ ਜਾਣ ਲੱਗਿਆ, ਆਪਣੇ ਚਾਕਰਾਂ ਨੂੰ, ਆਪਣੇ ਨੌਕਰਾਂ ਨੂੰ ਆਪਣਾ ਮਾਲ ਜਿਹੜਾ ਸੌਂਪ ਦਿੱਤਾ ਤੇ ਲਓ ਜੀ, ਆਹ ਜਿਹੜੀ ਮੇਰੀ ਜਾਇਦਾਦ ਆ, ਇਹ ਮੇਰਾ ਮਾਲ ਹੈ ਜਾਂ ਇਹ ਮੇਰਾ ਕਾਰੋਬਾਰ ਆ, ਇਹ ਸਾਰਾ ਮੈਂ ਤੁਹਾਨੂੰ ਸੌਂਪ ਕੇ ਚੱਲਿਆ। ਤੇ ਤੁਸੀਂ ਕੀ ਕਰਨੀ ਆ? ਤੁਸੀਂ ਕੀ ਕਰਨਾ ਭਾਈ? ਇਹਨੂੰ ਤੁਸੀਂ ਸੰਭਾਲਣਾ ਸਾਰੇ ਕਾਰੋਬਾਰ ਨੂੰ, ਤੇ ਮੈਂ ਚੱਲਿਆ। ਹਾਂਜੀ ਪੜ੍ਹ ਲਈਏ ਕਿ ਉਹ ਜਿੱਦਾਂ ਉਹਨੇ ਦਿੱਤੇ ਕਿੱਦਾਂ ਫਿਰ, ਜਿੱਦਾਂ ਕਿੱਦਾਂ ਜਿਹੋ ਜਿਹਾ ਕੰਮ ਉਹ ਕਰ ਸਕਦਾ ਸੀ, ਉਹਦੀ ਕਾਬਲੀਅਤ ਦੇ ਅਨੁਸਾਰ। ਜਿਵੇਂ ਵੇਖਦੇ ਆ ਪ੍ਰਭੂ ਨੇ ਜਿਵੇਂ ਸਾਨੂੰ ਕਾਰੋਬਾਰ ਤੇ ਲਾਇਆ ਹੋਇਆ, ਵੱਖਰੇ ਵੱਖਰੇ ਜਿਵੇਂ ਵਰਦਾਨ ਦਿੱਤੇ ਆ, ਕਿਸੇ ਨੂੰ ਵਚਨ ਦਾ, ਕਿਸੇ ਨੂੰ ਭਜਨ ਗਾਉਣ ਦਾ, ਕਿਸੇ ਨੂੰ ਬਿਮਾਰਾਂ ਨੂੰ ਚੰਗੇ ਕਰਨ ਦਾ, ਕਿਸੇ ਨੂੰ ਸਾਜ਼ ਵਜਾਉਣ ਦਾ। ਸੋ ਪ੍ਰਭੂ ਨੇ ਕੀਤਾ ਸਾਰਿਆਂ ਨੂੰ ਵੱਖਰੇ ਵੱਖਰੇ ਵਰਦਾਨ ਦਿੱਤੇ ਆ। ਇਸੇ ਤਰ੍ਹਾਂ ਜਿਹੋ ਜਿਹਾ ਕੰਮ ਕਰ ਸਕਦਾ, ਲਿਖਿਆ ਉਹਨੇ ਆਪਣੇ ਨੌਕਰਾਂ ਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ, ਵੰਡੀਆਂ ਕਿ ਲਓ ਜੀ ਇਹਨਾਂ ਤੁਸੀਂ ਸੰਭਾਲੋ, ਤੇ ਮੈਂ ਪ੍ਰਦੇਸ਼ ਨੂੰ ਚੱਲਿਆ ਹਾਂ। ਹਾਂਜੀ ਪੜ੍ਹੀਏ। ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ, ਤਾਂ ਪ੍ਰਦੇਸ਼ ਨੂੰ ਚਲਿਆ ਗਿਆ। ਜਿਹਨੇ 5 ਤੋੜੇ ਲਏ ਸਨ, ਉਹਨੇ ਝੱਟ ਜਾ ਕੇ ਉਹਨਾਂ ਨਾਲ ਵਣਜ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਹਾਲੇਲੂਇਆ, ਹਾਲੇ ਇੱਕ ਨੂੰ 5 ਤੋੜੇ ਦਿੱਤੇ, ਇੱਕ ਨੂੰ ਕਿੰਨੇ ਦਿੱਤੇ ਭਾਈ? ਇੱਕ ਨੂੰ 2 ਤੇ ਇੱਕ ਨੂੰ 1, ਇੱਕ ਨੂੰ 1 ਹੀ ਦਿੱਤਾ। ਜਿਹਨੂੰ 5 ਤੋੜੇ ਦਿੱਤੇ ਸੀ ਨਾ, ਉਹਨੇ 5 ਲੈ ਲਏ ਤੇ 5 ਦੇ ਨਾਲ ਜਾ ਕੇ ਆਪਣਾ ਵਣਜ ਵਪਾਰ ਕੀਤਾ, ਆਪਣਾ ਕਾਰੋਬਾਰ ਚਲਾਉਣਾ ਨੇ ਸ਼ੁਰੂ ਕਰ ਦਿੱਤਾ।
ਤੇ ਉਹਦੇ ਨਾਲ ਉਹਨੇ 5 ਹੋਰ ਕਮਾ ਲਏ। 5 ਦੇ ਕਿੰਨੇ ਬਣਾ ਲਏ? 5 ਦੇ 10 ਬਣਾ ਲਏ। ਜਿਹਦੇ ਕੋਲ 2 ਸੀ ਉਹਨੇ 2 ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਤੇ 2 ਦੇ ਨਾਲ ਕਿੰਨੇ ਕਰ ਲਏ? 4 ਕਰ ਲਏ। 2 ਦੇ ਨਾਲ ਉਹਨੇ ਕਰ ਲਏ 4 ਕਰ ਲਏ, ਹੋਰ ਕਮਾਈ ਉਹਨੇ ਕਰ ਲਈ। ਤੋੜੇ ਕੀ ਨੇ? ਪਰਮੇਸ਼ਰ ਦੀ ਬਰਕਤ ਆ, ਪਰਮੇਸ਼ਰ ਦੀ ਆਸ਼ੀਸ਼ ਆ ਕਿ ਜੇ ਪ੍ਰਭੂ ਨੇ ਸਾਨੂੰ ਬਚਾਇਆ, ਸਾਡੀ ਰੂਹ ਨੂੰ ਬਚਾਇਆ, ਤੇ ਅਸੀਂ ਹੋਰ ਕੀ ਕਰਨਾ ਹੈਗਾ? ਦੂਜੀਆਂ ਰੂਹਾਂ ਨੂੰ ਕਰਨਾ, ਬਚਾਉਣਾ ਹੈ। ਜੇ ਪਰਮੇਸ਼ਰ ਨੇ ਸਾਡੇ ਘਰ ਦੇ ਵਿੱਚ ਅਸੀਂ ਕਿੰਨੇ ਜੀ ਆ? 5 ਜੀ ਆ। 5 ਜੀ ਸਾਡੇ ਪਰਮੇਸ਼ਰ ਨੇ ਬਚਾ ਦਿੱਤੇ ਆ ਤੇ ਉਹਦੇ ਨਾਲ ਅਸੀਂ ਕਰਨਾ 5 ਹੋਰ ਜਮ੍ਹਾਂ ਕਰ, 5 ਹੋਰ ਬਚਾ ਦੇ, ਉਹਨਾਂ ਲੋਕਾਂ ਨੂੰ ਬਚਾਉਣਾ ਹੈ। ਤੇ ਜਿਹਦੇ ਕੋਲ 5 ਸੀ ਉਹਨੇ 5 ਹੋਰ ਕਮਾ ਲਏ, ਜਿਹਦੇ ਕੋਲ 2 ਸੀ ਉਹਨੇ 2 ਹੋਰ ਕਮਾ ਲਏ। ਪਰ ਜਿਹਦੇ ਕੋਲ 1 ਸੀ, ਜਿਹਦੇ ਕੋਲ 1 ਸੀ ਉਹਨੇ ਕੀ ਕੀਤਾ? ਧਰਤੀ ਪੁੱਟੀ, ਇੱਕ ਟੋਇਆ ਕੱਢ ਲਿਆ, ਟੋਏ ਦੇ ਵਿੱਚ ਕੀ ਕਰਦਾ? ਉਹ ਤੋੜਾ ਜਿਹੜਾ ਕਰ ਦਿੱਤਾ, ਨੱਪ ਛੱਡਿਆ ਉਹਨੇ ਵਿੱਚ, ਦੱਬ ਦਿੱਤਾ ਉਹਦੇ ਵਿੱਚ ਤੋੜਿਆ। ਜਦੋਂ ਕਾਫੀ ਸਮੇਂ ਬਾਅਦ ਉਹਨਾਂ ਦਾ ਮਾਲਕ ਆਇਆ ਤੇ ਮਾਲਕ ਨੇ ਆਇਆ, ਆਣ ਕੇ ਵੇਖਿਆ ਵੀ ਅੱਜ ਇਸ ਤਰ੍ਹਾਂ ਆਪਣਾ ਕਾਰੋਬਾਰ ਛੱਡ ਕੇ ਗਿਆ ਸੀ, ਜਿੱਦਾਂ ਕਿਦਾਂ ਵੀ ਉਹਨੇ ਵੇਖਿਆ ਆਣ ਕੇ ਤੇ ਸਾਰਾ ਦਾ ਉਹ ਦੇਖਣ ਲੈਣ ਲੱਗਾ, ਦੇਖਣ ਲੱਗਾ ਵੀ ਕੀ ਹਿਸਾਬ ਕਿਤਾਬ, ਕੀ ਕਮਾਇਆ ਤੁਸੀਂ। ਆਪਾਂ ਵੇਖਦੇ ਕਿਸੇ ਵੇਲੇ ਸਾਡਾ ਕੋਈ ਕਾਰੋਬਾਰ ਹੋਵੇ, ਆਪਾਂ ਕਿਸੇ ਨੂੰ ਜ਼ਿੰਮੇਵਾਰੀ ਸੌਂਪ ਕੇ ਜਾਂਦੇ, ਆਪਾਂ ਕਹਿੰਦੇ ਮਗਰੋਂ ਕੀ ਕੀਤਾ। ਆਪਾਂ ਆਪਣੇ ਧੀਆਂ ਪੁੱਤਰਾਂ ਨੂੰ ਪੁੱਛਦੇ, ਮੰਨ ਲਓ ਅਸੀਂ ਕਿਸੇ ਕਿਸਮ ਦਾ ਕੋਈ ਵੀ ਕਾਰੋਬਾਰ ਕੀਤਾ ਵਾ, ਕੋਈ ਦੁਕਾਨ ਪਾ ਲਈ ਕੋਈ, ਤੇ ਅਸੀਂ ਰੋਜ਼ ਦੁਕਾਨ ਤੇ ਬੈਠਦੇ ਕਿਤੇ ਥੋੜੇ ਦਿਨ ਵਾਸਤੇ, ਸਾਡੇ ਕੋਲ ਨਹੀਂ ਉੱਥੇ ਬੈਠਾ ਜਾਂਦਾ, ਸਾਡੇ ਕੋਲ ਕੰਮ ਨਹੀਂ ਕੀਤਾ ਜਾਂਦਾ, ਤੇ ਆਪਾਂ ਆਣ ਕੇ ਆਪਣੇ ਘਰ ਵਿੱਚ ਆਪਣੇ ਧੀਆਂ ਪੁੱਤਰਾਂ ਨੂੰ ਕਰਦੇ, ਪੁੱਛਦੇ ਆ ਕਿ ਕੀ ਕਮਾਈ ਕੀਤੀ ਤੁਸੀਂ। ਆਪਾਂ ਹਿਸਾਬ ਕਿਤਾਬ ਉਹਨਾਂ ਕੋਲ ਲੈਂਦੇ ਆ, ਕੀ ਕਮਾਈ ਕੀਤੀ। ਇਸੇ ਤਰ੍ਹਾਂ ਮਾਲਕ ਨੇ ਆਣ ਕੇ ਉਹਨਾਂ ਕੋਲ ਹਿਸਾਬ ਲਿਆ ਕਿ ਮੈਂ ਤੁਹਾਨੂੰ ਇਹ ਜਾਇਦਾਦ ਦੇ ਗਿਆ ਸੀ, ਤੁਸੀਂ ਕੀ ਕਮਾਇਆ ਇਹਦੇ ਨਾਲ। ਤੇ ਜਿਹਨੇ 5 ਤੋੜੇ ਲਏ ਸੀ ਉਹਨੇ ਲਿਆ ਕੇ ਅੱਗੇ ਉਹਦੇ ਕਿੰਨੇ ਰੱਖ ਦਿੱਤੇ? 10 ਉਹਦੇ ਅੱਗੇ ਰੱਖੇ। ਕਹਿੰਦੇ ਆਹ ਮੈਂ 5 ਦੇ ਨਾਲ 5 ਹੋਰ ਕੀਤੇ ਆ, ਕਮਾ ਲਏ। ਉਹਦੇ ਅੱਗੇ ਜਾ ਕੇ 10 ਰੱਖਦੇ। ਕਹਿੰਦਾ ਸਵਾਮੀ ਜੀ ਤੁਸੀਂ ਮੈਨੂੰ 5 ਸੌਂਪੇ ਜੇ, 5 ਮੈਂ ਹੋਰ ਹੀ ਨਾਲ ਜੋੜ ਲਏ ਆ, ਹੋਰ ਵੀ ਕੱਟ ਲਏ। ਉਹਦੇ ਮਾਲਕ ਨੇ ਉਹ ਕਿਹਾ, ਹੇ ਚੰਗੇ ਤੇ ਮਾਤਬਰ ਚਾਕਰ, ਸ਼ਾਬਾਸ਼, ਤੂੰ ਥੋੜੇ ਜਿਹੇ ਚ ਮਾਤਬਰ ਨਿਕਲਿਆ, ਮੈਂ ਤੈਨੂੰ ਕਰਾਂਗਾ ਬਹੁਤ ਸਾਰੇ ਤੇ ਇਖਤਿਆਰ ਦਿਆਂਗਾ। ਕਹਿੰਦਾ ਥੋੜੇ ਚ ਮਾਤਬਰ ਨਿਕਲਿਆ, ਇਮਾਨਦਾਰ ਨਿਕਲਿਆ, ਵਫਾਦਾਰ ਨਿਕਲਿਆ ਥੋੜੇ ਵਿੱਚ ਹੀ, ਤੇ ਕਹਿੰਦਾ ਮੈਂ ਤੈਨੂੰ ਕਰਾਂਗਾ ਹੋਰ ਬਹੁਤ ਸਾਰੇ ਤੇ ਇਖਤਿਆਰ ਦਿਆਂਗਾ। ਔਰ ਜਿਹਨੇ 2 ਦਿੱਤੇ ਸੀ ਉਹਨੇ ਲਿਆ ਕੇ ਕਿੰਨੇ ਰੱਖਤੇ ਅੱਗੇ? 4। ਉਹਨੂੰ ਵੀ ਕਿਹਾ, ਕਹਿੰਦਾ ਸ਼ਾਬਾਸ਼ ਚੰਗੇ ਤੇ ਮਾਤਬਰ, ਵਫਾਦਾਰ। ਕਹਿੰਦਾ ਤੂੰ ਥੋੜੇ ਜਿਹੀ ਬੜਾ ਵਫਾਦਾਰ ਰਹੇਗਾ, ਤੈਨੂੰ ਮੈਂ ਕਰਾਂਗਾ ਹੋਰ ਵੀ ਜ਼ਿਆਦਾ ਦੇਵਾਂਗਾ, ਹੋਰ ਬਹੁਤ ਸਾਰੇ ਤੇਰੇ ਇਖਤਿਆਰ ਦੇਵਾਂਗਾ। ਪਰ ਜਦੋਂ ਵਾਰੀ ਆਈ ਨਾ ਇੱਕ ਵਾਲੇ ਦੀ ਵਾਰੀ ਆਈ, ਉਹਨੂੰ ਪੁੱਛਿਆ ਵੀ ਲਿਆ ਬਈ ਤੂੰ ਕੀ ਕਮਾਇਆ। ਉਹ ਕਹਿੰਦਾ ਮਾਲਕ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਡਰਿਆ, ਕਿਉਂਕਿ ਤੁਸੀਂ ਕੀ ਬੜੇ ਸਖਤ ਸੁਭਾਅ ਦੇ ਹੋ, ਮੈਂ ਸੁਣਿਆ ਸੀ ਬੜੇ ਸਖਤ ਸੁਭਾਅ ਦੇ ਹੋ, ਤੇ ਇਸ ਕਰਕੇ ਮੈਂ ਇਹਨੂੰ ਕੀਤਾ, ਹਵਾ ਹੀ ਨਹੀਂ ਲੱਗਣ ਦਿੱਤੀ, ਇਹਨੂੰ ਮੈਂ ਧਰਤੀ ਵਿੱਚ ਨੱਪ ਛੱਡਿਆ ਤੇ ਆਹ ਨੂੰ ਆਪਣਾ ਕੀ ਕਰੋ ਲੈ ਲਓ। ਕਹਿੰਦਾ ਕਿਉਂਕਿ ਮੈਂ ਸੁਣਿਆ ਸੀ ਜਿੱਥੇ ਤੁਸੀਂ ਬੀਜਦੇ ਹੋ ਨਾ, ਜਿੱਥੇ ਬੀਜਦੇ ਹੋ ਉੱਥੋਂ ਹੀ ਇਕੱਠਾ ਕਰ ਲੈਂਦੇ ਹੋ, ਜਿੱਥੇ ਨਹੀਂ ਬੀਜਦੇ ਉੱਥੋਂ ਵੀ ਕਰ ਲੈਂਦੇ ਹੋ, ਇਕੱਠਾ ਕਰ ਲੈਂਦੇ ਹੋ, ਜਿੱਥੇ ਨਹੀਂ ਖੰਡਾ ਖਿਲਾ ਰਹੇ ਉੱਥੋਂ ਇਕੱਠਾ ਕਰ, ਜਿੱਥੇ ਨਹੀਂ ਬੀਜੇ ਉੱਥੋਂ ਵੀ ਕਰ ਲੈਂਦੇ ਹੋ, ਵੱਢ ਲੈਂਦੇ ਹੋ। ਇਸੇ ਕਹਿੰਦਾ ਮੈਂ ਡਰਿਆ ਤੇ ਮੈਂ ਇਹਨੂੰ ਕੀਤਾ, ਧਰਤੀ ਪੁੱਟੀ ਤੇ ਉਹਦੇ ਵਿੱਚ ਕੀਤਾ ਨੱਪ ਛੱਡਿਆ, ਉਹਦੇ 'ਚ ਦੱਬ ਛੱਡਿਆ। ਕਹਿੰਦਾ ਇਹ ਲਓ ਤੁਸੀਂ ਕਰੋ ਆਪਣਾ ਤੋੜਾ ਜਿਹੜਾ ਆਪਣੀ ਇਮਾਨ ਜਿਹੜੀ ਕਰੋ ਲੈ ਲਓ। ਉਹਦੇ ਮਾਲਕ ਨੇ ਇਹਨੂੰ ਉੱਤਰ ਦਿੱਤਾ, ਕਹਿੰਦਾ ਓਏ ਦੁਸ਼ਟ ਤੇ ਆਲਸੀ ਨੌਕਰ। ਕੀ ਕਿਹਾ ਗਿਆ? ਉਹਨੂੰ ਵੀ ਮਾਤਬਰ ਤੇ ਵਫਾਦਾਰ ਕਿਹਾ, ਚੰਗਾ ਕਿਹਾ ਉਹਨੂੰ ਕੀ ਕਿਹਾ? ਇਹ ਦੁਸ਼ਟ ਆਲਸੀ, ਨਾਲ ਆਲਸੀ ਵੀ ਕਿਹਾ, ਕਿਉਂਕਿ ਆਲਸੀ ਨਾ ਜਦੋਂ ਸਾਡੇ ਵਿੱਚ ਤੇ ਆਪਾਂ ਕਦੀ ਵੀ ਬਰਕਤ ਨਹੀਂ ਲੈ ਸਕਦੇ। ਆਲਸੀ ਬੰਦਾ ਤੇ ਕਦੀ ਵੀ ਬਰਕਤ ਪਾ ਸਕਦਾ ਨਹੀਂ। ਇਸ ਲਈ ਕਿਹਾ ਇਹ ਆਲਸੀ ਤੇ ਦੁਸ਼ਟ ਨੌਕਰ, ਤੈਂ ਜਾਣਿਆ ਭਈ ਮੈਂ ਜਿੱਥੇ ਨਹੀਂ ਬੀਜਿਆ ਉੱਥੋਂ ਵੜਦਾ, ਜਿੱਥੇ ਮੈਂ ਨਹੀਂ ਖਿਲਾਇਆ ਉੱਥੋਂ ਇਕੱਠਾ ਕਰਦਾ। ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਈਆਂ ਨੂੰ ਸਰਾਪਾਂ ਨੂੰ ਦਿੰਦਾ, ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁਧਾ ਲੈਂਦਾ। ਕਹਿੰਦਾ ਜੇ ਤੂੰ ਇਹ ਸਮਝਦਾ ਸੀ ਇੰਨਾ ਹੀ
ਤੈਨੂੰ ਡਰ ਲੱਗਦਾ ਸੀ ਮੇਰੇ ਤੋਂ, ਤੇ ਤੈਨੂੰ ਚਾਹੀਦਾ ਸੀ ਕਿ ਮੇਰਾ ਮਾਲ ਜਿਹੜਾ ਕਿਹਨਾਂ ਨੂੰ ਦੇ ਦਿੰਦਾ, ਕਿਹਨਾਂ ਨੂੰ ਦਿੰਦਾ ਭਾਈ, ਕਿਹਨਾਂ ਨੂੰ ਦੇ ਦਿੰਦਾ, ਸਰਾਫਾਂ ਨੂੰ। ਸਰਾਫ ਕੌਣ ਹੁੰਦੇ? ਹਾਲੇਲੂਇਆ। ਹਾਲੇਲੂਇਆ। ਸਰਾਫ ਕੌਣ ਹੁੰਦੇ ਭਾਈ? ਸਮਝਿਆ ਸਾਰਿਆਂ ਨੂੰ? ਸਰਾਫਾਂ ਦੀ ਜਿਹੜੇ ਸੁਨਿਆਰੇ ਨਾ, ਸੁਨਿਆਰਾਂ ਨੂੰ ਸਰਾਫ ਕਹਿੰਦੇ। ਜਿਹੜੇ ਆਪਾਂ ਕਹਿੰਦੇ ਇਹਨੂੰ ਫਲਾਣੇ ਨੂੰ ਸਰਾਫ ਦੇਤਾ, ਉਹ ਸਰਾਫ ਨਹੀਂ ਹੁੰਦਾ, ਉਹ ਕਹਿੰਦਾ ਸਰਾਫ ਪੱਪੇ ਦੇ ਨਾਲ ਸਰਾਫ। ਉਹ ਸਰਾਫ ਹੁੰਦਾ, ਸਰਾਫ ਪੱਪੇ ਨਾਲ ਹੁੰਦਾ। ਬਹੁਤੇ ਲੋਕ ਜਿਹੜੇ ਜ਼ਿਆਦਾ ਇੱਧਰ ਬੋਲਦੇ ਨੇ ਸਰਾਫ ਦੇਤਾ। ਸਰਾਫ ਜਿਹੜਾ ਸੁਨਿਆਰਾ ਹੁੰਦਾ, ਕਹਿੰਦਾ ਮੇਰਾ ਮਾਲ ਜਿਹੜਾ ਸੁਨਿਆਰਾਂ ਨੂੰ ਦੇ ਦਿੰਦੋ, ਤੇ ਉਹਨਾਂ ਨੂੰ ਮੈਂ ਆਣ ਕੇ ਤੇ ਉਹਦਾ ਵਿਆਜ ਤੇ ਲੈ ਲੈਂਦਾ ਕਿ ਚਲੋ ਦਿੱਤਾ ਤੇ ਵਿਆਜ ਪਿਆ ਜੀ। ਚਲੋ ਦਿਨ ਰਾਤ ਮਿਹਨਤ ਕਰਨੀ ਪ੍ਰਭੂ ਦੇ ਵਿੱਚ, ਰੂਹਾਂ ਜਿੱਤਣੀਆਂ। ਜੇ ਨਹੀਂ ਅਸੀਂ ਕਰ ਸਕੇ ਤੇ ਕੀ ਕਰ ਸਕਦੇ ਆ? ਇਹਨਾਂ ਦੇ ਕਰ ਸਕਦੇ ਆ ਨਾ। ਕਹਿੰਦਾ ਮੈਂ ਸਰਾਪਾਂ ਨੂੰ ਦੇ ਦੇਣਾ ਤੇ ਆਣ ਕੇ ਵਿਆਜ ਵਧਾ ਜਾਂਦਾ। 100 ਤੋਲਾ ਕੋਲੋਂ ਲੈ ਲਓ ਅਤੇ ਜਿਹਦੇ ਕੋਲ 10 ਤੋਲੇ ਸਨ ਉਹ ਵੀ ਉਹਨੂੰ ਦੇ ਦਿਓ। ਕਹਿੰਦਾ ਜਿਹਦੇ ਕੋਲ ਹੈਗੇ 10 ਸੀ ਉਹਨੂੰ ਦੇ ਦਿਓ ਉਹ ਵੀ ਇੱਕ ਜਿਹੜਾ, ਕਿਉਂਕਿ ਜਿਸ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਤੇ ਉਹਦਾ ਵਾਧਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲ ਉਹ ਵੀ ਲੈ ਲਿਆ ਜਾਵੇਗਾ। ਇਸ ਨਿਕੰਮੇ ਚੱਕ ਨੂੰ ਬਾਹਰ ਦੀ ਅੰਧਕੋਰ ਵਿੱਚ ਕੱਢ ਦਿਓ, ਉੱਥੇ ਰੋਣਾ ਤੇ ਚੀਚੀਆਂ ਦਾ ਵੱਟਣਾ ਹੋਗਾ। ਫਿਰ ਕਿੱਥੇ ਜਾਵੇਗਾ? ਨਰਕ ਵਿੱਚ। ਪ੍ਰਭੂ ਨੇ ਬਰਕਤ ਤੇ ਦਿੱਤੀ ਹੈ, ਉਹਦਾ ਹੁਨਰ ਵੇਖ ਕੇ ਉਹਦੀ ਕਾਬਲੀਅਤ ਦੇ ਅਨੁਸਾਰ ਉਹਨੂੰ ਬਰਕਤ ਦਿੱਤੀ ਹੈ, ਪਰ ਉਹਨੂੰ ਬਰਕਤ ਨੂੰ ਕੀਤਾ ਸਾਂਭਿਆ ਹੀ ਨਹੀਂ। ਉਹਦੇ ਨਾਲ ਅੱਗੇ ਪਵਨ ਜੋ ਪਾਰ ਕਰਕੇ ਉਹਨੂੰ ਵਧਾਇਆ ਹੀ ਨਹੀਂ ਆ, ਉਹ ਰਕਮ ਨੂੰ ਕੀਤਾ ਅੱਗੇ ਨਹੀਂ ਵਧਾਇਆ। ਇਸ ਕਰਕੇ ਕਿੱਥੇ ਪਹੁੰਚ ਗਿਆ? ਨਰਕਾਂ ਵਿੱਚ। ਸ਼ਰਾਬ ਬਾਰੇ ਸਿੱਖਿਆ ਤੇ ਸ਼ਰਾਬ ਜਿਹੜੇ ਉਹਨਾਂ ਕਿਹਨਾਂ ਨੂੰ ਦੇ ਦਿੰਦਾ? ਸੁਨਿਆਰਿਆਂ ਨੂੰ ਜਾ ਕੇ ਦੇ ਦਿੰਦਾ। ਉਹ ਥੋੜਾ ਇੰਝ ਲਿਖਿਆ ਕਿ ਮੇਰਾ ਮਾਲ ਜਿਹੜਾ ਕਿਹਨੂੰ ਦੇ ਦਿੰਦਾ? ਸ਼ਰਾਬਾਂ ਨੂੰ ਦੇ ਦਿੰਦਾ। ਉਹ ਅੱਜ ਸ਼ਰਾਬ ਕੌਣ ਨੇ? ਅੱਜ ਉਹ ਸ਼ਰਾਬ ਕੌਣ ਨੇ? ਕਿਹਨਾਂ ਨੂੰ ਦੇ ਸਕਦੇ ਅਸੀਂ? ਹਾਲੇਲੂਇਆ। ਹਾਲੇਲੂਇਆ। ਅੱਜ ਸ਼ਰਾਬ ਕੌਣ ਨੇ? ਸੁਨਿਆਰੇ ਦਾ ਕੰਮ ਕੀ ਆ ਬਈ? ਸੁਨਿਆਰੇ ਦਾ ਕੰਮ ਕੀ ਹੈ? ਜਦੋਂ ਸੋਨੇ ਨੂੰ ਕਰ ਦਿੰਦਾ ਵਾ, ਗਰਮ ਕਰਦਾ ਵਾ, ਅੱਗ ਦੇ ਨਾਲ ਮੈਂ ਸਾਫ਼ ਕਰ ਦਿੰਦਾ ਵਾ। ਕੀ ਕਰ ਦਿੰਦਾ ਵਾ? ਸਾਫ਼ ਕਰ ਦਿੰਦਾ। ਕਿਹਦੇ ਨਾਲ? ਅੱਗ ਦੇ ਨਾਲ। ਤੇ ਫਿਰ ਉਹਨੂੰ ਢਾਲਦਾ ਵਾ, ਢਾਲ ਕੇ ਤੇ ਜਿੱਦਾਂ ਦਾ ਕਹਿਣਾ ਉਹਨੂੰ ਚੰਗਾ ਲੱਗਦਾ ਉਹਦੇ ਤਰੀਕੇ ਨਾਲ ਕਰਦਾ ਬਣਾ ਦਿੰਦਾ। ਸੋ ਰੱਬ ਦੇ ਦਾਸ ਜਿਹੜੇ ਆ ਸਾਡੀ ਜ਼ਿੰਦਗੀ ਨੂੰ ਇਸ ਵਚਨ ਦੀ ਅੱਗ ਦੇ ਨਾਲ ਕੀ ਕਰ ਦਿੰਦੇ ਆ? ਸਾਫ਼ ਕਰ ਦਿੰਦੇ ਆ। ਇਹ ਸ਼ਰਾਬ ਜਿਹੜੇ ਰੱਬ ਦੇ ਦਾਸ, ਇਹਨਾਂ ਅਸੀਂ ਕਿਵੇਂ ਦੇ ਸਕਦੇ? ਜੋ ਬਰਕਤ ਸਾਨੂੰ ਦਿੱਤੀ ਹੈ ਨਾ, ਤੇ ਆਪਾਂ ਕੀ ਕਰ ਸਕਦੇ ਆ? ਆਪ ਨਹੀਂ ਕਿਸੇ ਨੂੰ ਦੱਸਿਆ ਤੇ ਆਪਾਂ ਦਿਨ ਰਾਤ ਪ੍ਰਭੂ ਦੇ ਦਾਸਾਂ ਵਾਸਤੇ ਪ੍ਰਾਰਥਨਾ ਕਰ ਸਕਦੇ ਆ ਕਿ ਪ੍ਰਭੂ ਇਹਨਾਂ ਨੂੰ ਜ਼ਿਆਦਾ ਬਰਕਤ ਦੇ, ਤਾਂ ਜੋ ਇਹ ਰੂਹਾਂ ਬਹੁਤ ਜ਼ਿਆਦਾ ਕੀ ਕਰਨ ਲੱਗੇ। ਇਹਨਾਂ ਵਾਸਤੇ ਦਿਨ ਰਾਤ ਪ੍ਰਾਰਥਨਾ ਕਰ ਸਕਦੇ। ਕਿਤੇ ਆਪਾਂ ਕਹਿੰਦੇ ਸਾਨੂੰ ਬੜਾ ਝਾਕਾ, ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਅਸੀਂ ਦਿਨ ਰਾਤ ਅਸੀਂ ਇਹਨਾਂ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਭੂ ਇਹਨਾਂ ਨੂੰ ਅੱਗੇ ਵਧਾ, ਤਾਂ ਜੋ ਕੀ ਕਰਨ? ਦਿਨ ਪ੍ਰਤੀ ਦਿਨ ਅੱਗੇ ਵਧਣ ਤੇ ਤੇਰੇ ਬਹੁਤ ਸਾਰੇ ਲੋਕਾਂ ਨੂੰ ਕਰਨ ਹੋਰ ਵੀ ਬਚਾਉਣ। ਪਰ ਜੇ ਅਸੀਂ ਜਮਾਂ ਉੱਥੇ ਬੈਠ ਹੀ ਜਾਂਦੇ ਲੈ ਕੇ ਇੱਕ ਜਗ੍ਹਾ, ਅੱਗੇ ਵੱਧਦੇ ਨਹੀਂ ਹੈ, ਤੇ ਫਿਰ ਅਸੀਂ ਕਦੇ ਬਰਕਤ ਪਾ ਸਕਦੇ ਨਹੀਂ। ਫਿਰ ਤੇ ਨਰਕਾਂ ਦੀ ਆ ਕੇ ਕਹਿੰਦਾ ਇਹ ਨਿਕੰਮੇ ਤੇ ਆਪਸੀ ਨੌਕਰ, ਤੇ ਕਿੱਥੇ ਸੁੱਟੇ ਜਾਵਾਂਗੇ? ਨਰਕਾਂ, ਜਿੱਥੇ ਰੋਣਾ ਤੇ ਚੀਚੀਆਂ ਦਾ ਵੱਟਣਾ ਹੋਵੇਗਾ। ਇਸ ਲਈ ਜੇਕਰ ਅਸੀਂ ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਹੈ, ਜੇ ਸਾਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਹੈ, ਤੇ ਉਹਦੇ ਨਾਲ ਕਰੀਏ ਹੋਰ ਜ਼ਿਆਦਾ ਅੱਗੇ ਆਪ ਵਧੀਏ ਤੇ ਨਾਲ ਹੋਰ ਲੋਕਾਂ ਨੂੰ ਕਰੀਏ ਬਚਾਈਏ। ਰੱਬ ਦੇ ਦਾਸਾਂ ਵਾਸਤੇ ਸੱਜੇ ਹੋ ਕੇ ਪ੍ਰਾਰਥਨਾ ਕਰਿਆ ਕਰੋ, ਤਾਂ ਜੋ ਪ੍ਰਭੂ ਦਾ ਕੰਮ ਜਿਹੜਾ ਦਿਨ ਪ੍ਰਤੀ ਦਿਨ ਕੀ ਹੋ ਜਾਵੇ? ਅੱਗੇ ਵੱਧ ਜਾਵੇ। ਜਦੋਂ ਆਵੇ ਤਾਂ ਵੇਖੇ ਵੀ ਮੈਂ ਤੇ ਇੰਨੇ ਕੁ ਜਾਣੇ ਛੱਡ ਗਿਆ, ਇੰਨਾ ਵੀ ਕੰਮ ਸੀ ਤੇ ਬਹੁਤ ਜ਼ਿਆਦਾ ਇਹਨਾਂ ਕੀਤਾ, ਵਧਾ ਦਿੱਤਾ ਵਾ। ਤੇ ਪ੍ਰਭੂ ਤੁਹਾਨੂੰ ਕਰੇ ਸ਼ਾਬਾਸ਼ ਦੇਵੇ। ਕੀ ਕਰੇ? ਇਹ ਸ਼ਾਬਾਸ਼ ਚੰਗੇ ਤੇ ਮਾਰਗ ਪਰ ਨੌਕਰ। ਇਸ ਕਰਕੇ ਸ਼ਾਬਾਸ਼ ਲਾਓ, ਪ੍ਰਭੂ ਦੇ ਵਾਸਤੇ ਕੀ ਹੋ ਜਾਵੋ? ਤਿਆਰ ਹੋ ਜਾਵੋ। ਦਿਨ ਪ੍ਰਤੀ ਦਿਨ ਪ੍ਰਭੂ ਦੇ ਸਰਗਰਮ ਰਹੋ। ਖਾਸ ਕਰ ਪ੍ਰਭੂ ਦਾ ਵਚਨ ਜਦੋਂ ਸਿੱਖੋ ਤੇ ਉਹਨੂੰ ਆਪਣੇ ਵਿੱਚ ਜਮ੍ਹਾਂ ਕਰੋ, ਫਿਰ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕੀ ਕਰੋ? ਲਾਗੂ ਕਰੋ। ਜੇ ਅਸੀਂ ਲਾਗੂ ਹੀ ਨਾ ਕਰਦੇ ਨਾ ਚਿਰ, ਉਹਨਾਂ ਚਿਰ ਮੇਰੇ ਸੁਣਨ ਨਾਲ ਕੁਛ ਨਹੀਂ ਹੁੰਦਾ। ਸੁਣਦੇ ਰਹੇ ਨੇ। ਹਾਂ, ਆਹ ਵੀ ਗੱਲ ਲਿਖੀ ਆ, ਆਹ ਵੀ ਗੱਲ ਵਚਨ ਦੇ ਵਿੱਚ ਲਿਖੀ ਹੈ, ਪਰ ਪਤਾ ਸਾਨੂੰ ਨਹੀਂ ਲੱਗਦਾ। ਜੇ ਪ੍ਰਭੂ ਦੀ ਬਾਣੀ ਲਿਖਿਆ, ਜਦੋਂ ਜ਼ਬੂਰਾਂ ਦੇ ਪੜ੍ਹਦੇ ਨੇ ਲਿਖਿਆ, ਚੱਖੋ ਤੇ ਵੇਖੋ ਯਹੋਵਾ ਕੀ ਆ। ਯਹੋਵਾ ਕੀ ਆ ਭਾਈ? ਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗਾ? ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਪਈ ਯਹੋਵਾ ਭਲਾ? ਹਾਂਜੀ, ਕਿਸ ਤਰ੍ਹਾਂ ਪਤਾ ਲੱਗ ਗਿਆ?
ਲਿਖਿਆ ਚੱਖੋ ਤੇ ਦੇਖੋ ਫਿਰ ਪਤਾ ਲੱਗਣਾ। ਸਾਨੂੰ ਕਿੱਦਾਂ ਪਤਾ ਲੱਗਾ? ਕਿਉਂਕਿ ਅਸੀਂ ਕੀਤਾ ਚੱਖਿਆ। ਐ ਵੇਖੋ ਵੇਖੀ ਕਹੀ ਜਾਂਦੇ ਕੋਈ ਚੀਜ਼ ਬਣੀ ਤਾਂ ਆਪਾਂ ਕਹਿੰਦੇ ਵੀ ਹਾਂ ਚੀਜ਼ ਬੜੀ ਮਿੱਠੀ। ਸਾਨੂੰ ਕੀ ਪਤਾ ਜਿਹੜਾ ਆਪਾਂ ਜੀਭ ਨਾਲ ਚੱਕ ਕੇ ਵੇਖੀ ਨਹੀਂ, ਕਿੱਦਾਂ ਪਤਾ? ਵੇਖੋ ਵੇਖੀ ਕਹੀ ਜਾਂਦੇ, ਜੇ ਕਿਤੇ ਨੇ ਕਿਤੇ ਖਾ ਲਈ ਤਾਂ ਉਹਨਾਂ ਕੇ ਦੱਸ ਦੇਣਗੇ ਫਲਾਣੀ ਚੀਜ਼ ਬੜੀ ਮਿੱਠੀ ਹੈ, ਤੇ ਆਪਾਂ ਦੂਜੇ ਨੂੰ ਉਹਨਾਂ ਦੱਸੀ ਜਾਂਦੇ ਬੜੀ ਮਿੱਠੀ ਆ ਚੀਜ਼ ਬਣਾਈ ਵੀ ਬੜੀ ਮਿੱਠੀ। ਸਾਨੂੰ ਕਿੱਦਾਂ ਪਤਾ ਲੱਗ ਗਿਆ? ਪਹਿਲਾਂ ਕਰਨਾ ਪੈਂਦਾ ਆਪਣੀ ਜੀਭ ਦੇ ਨਾਲ, ਛੁਹਾਵਾਂਗੇ ਉਹਨੂੰ, ਚੱਖਾਂਗੇ ਉਹਨੂੰ, ਤੇ ਫਿਰ ਪਤਾ ਲੱਗਦਾ। ਐਵੇਂ ਪੜ੍ਹ ਕੇ ਨਾਲ ਵੇਖੋ ਵੇਖਿਆ ਦੁਨੀਆ ਦੇ ਅੰਦਰ ਇੱਕ ਰੀਤ ਬਣਾਈ ਹੈ, ਹਾਂ ਵੇਖੋ ਇਹ ਹਵਾ ਭਲਾ ਹੈ। ਸਾਡੀ ਜ਼ਿੰਦਗੀ 'ਚ ਵੇਖੋ ਪ੍ਰਭੂ ਨੇ ਕੀ ਭਲਾਈ ਕੀਤੀ। ਪਹਿਲਾਂ ਇਹ ਪਰਖੋ ਜਾਣੋ ਕਿ ਸਾਡੀ ਜ਼ਿੰਦਗੀ 'ਚ ਕੀ ਭਲਾਈ ਕੀਤੀ ਹੈ। ਜਿਸੇ ਪ੍ਰਭੂ ਦੀਆਂ ਭਲਾਈਆਂ ਨੂੰ ਵੇਖਾਂਗੇ ਨਾ, ਸਾਨੂੰ ਪਤਾ ਲੱਗ ਜਾਵੇਗਾ ਨਾ, ਤੇ ਆਪਣੇ ਆਪ ਸਾਡਾ ਧਿਆਨ ਜਿਹੜਾ ਪ੍ਰਭੂ ਵੱਲ ਹੋਵੇਗਾ। ਜਦੋਂ ਆਮ ਦੁਨੀਆ ਦੇ ਨਾਲ ਅਸੀਂ ਆਪਣਾ ਮੁਕਾਬਲਾ ਕਰਾਂਗੇ, ਦੇਖਾਂਗੇ ਨਾ, ਤੁਲਨਾ ਕਰਾਂਗੇ ਕਿ ਇਹ ਦੁਨੀਆ ਇਸ ਤਰੀਕੇ ਨਾਲ ਚੱਲ ਰਹੀ, ਪਰ ਮੈਂ ਇਸ ਤਰੀਕੇ ਨਾਲ ਚੱਲ ਰਿਹਾ ਹਾਂ। ਪ੍ਰਭੂ ਨੇ ਇਹ ਬੰਦੇ ਨੂੰ ਇਹ ਆਸ਼ੀਸ਼ ਨਹੀਂ ਹੈ, ਪ੍ਰਭੂ ਨੇ ਮੈਨੂੰ ਆਸ਼ੀਸ਼ ਦਿੱਤੀ, ਮੈਨੂੰ ਤੰਦਰੁਸਤੀ ਕਿ ਟੀਵੀ ਨੇ ਦਿੱਤੀ ਆ। ਬਹੁਤ ਸਾਰੇ ਲੋਕ ਜਿਹੜੇ ਕਈ ਬਿਮਾਰੀ ਵਿੱਚ ਫਸੇ ਨੇ, ਬਹੁਤ ਸਾਰੇ ਲੋਕ ਜਿਹੜੇ ਕਈ ਨਸ਼ਿਆਂ ਦੇ ਵਿੱਚ ਲੱਗੇ ਨੇ, ਪਤਾ ਨਹੀਂ ਕਿਹੜੇ ਨਸ਼ੇ ਵਿੱਚ ਲੱਗੇ। ਪ੍ਰਭੂ ਨੇ ਮੈਨੂੰ ਇਸ ਤੋਂ ਵੀ ਬਚਾਇਆ ਹੈ। ਪ੍ਰਭੂ ਨੇ ਮੈਨੂੰ ਤੰਦਰੁਸਤੀ ਵੀ ਦਿੱਤੀ ਆ। ਪ੍ਰਭੂ ਨੇ ਮੈਨੂੰ ਹਰ ਇੱਕ ਚੀਜ਼ ਘਰ ਰਹਿਣ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਵਿਚਾਰੇ ਦੇਖੇ ਤੰਬੂ ਦੇ ਲਾ ਕੇ ਬੈਠੇ ਹੁੰਦੇ ਆ, ਤੇ ਪ੍ਰਭੂ ਨੇ ਮੈਨੂੰ ਰਹਿਣ ਵਾਸਤੇ ਛੱਤ ਦਿੱਤੀ, ਘਰ ਦਿੱਤਾ ਵਾ, ਪਾਉਣ ਲਈ ਮੈਨੂੰ ਕੱਪੜੇ ਕਿਹੜੇ ਵੇ। ਬਹੁਤ ਸਾਰੇ ਲੋਕ ਜਿਹੜੇ ਸੜਕਾਂ 'ਤੇ ਨੰਗੇ ਫਿਰਦੇ, ਕੋਈ ਕੱਪੜਾ ਉਹਨਾਂ ਨੂੰ ਪਾਉਣ ਹੁੰਦਾ ਨਹੀਂ ਸਰਦੀ ਵਿੱਚ ਵੀ। ਪ੍ਰਭੂ ਨੇ ਮੈਨੂੰ ਕਿੰਨਾ ਵਧੀਆ ਰੱਖਿਆ। ਜਦੋਂ ਸਾਰੀਆਂ ਪ੍ਰਭੂ ਦੀਆਂ ਭਲਾਈਆਂ ਯਾਦ ਕਰਾਂਗੇ ਨਾ, ਚੱਖ ਲਵਾਂਗੇ, ਵੇਖਾਂਗੇ ਉਹ ਕਿੰਨੀਆਂ ਭਲਾਈਆਂ ਪ੍ਰਭੂ ਦੀਆਂ ਲੱਗੀਆਂ। ਫਿਰ ਸਭ ਤੋਂ ਵੱਡੀ ਭਲਾਈ ਕੀ ਕਿ ਸਾਡੇ ਵਾਸਤੇ ਆਪਣੀ ਜਾਨ ਹੀ ਦੇ ਦਿੱਤੀ ਆ। ਆਪਣੀ ਜਾਨ ਹੀ ਸਾਡੇ ਵਾਸਤੇ ਦੇ ਦਿੱਤੀ ਆ, ਤੇ ਸਾਡੇ ਵਾਸਤੇ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ। ਨਹੀਂ ਅਸੀਂ ਕਦੀ ਵੀ ਸਵਰਗ ਵਿੱਚ ਜਾ ਸਕਦੇ ਨਹੀਂ, ਕਿਉਂਕਿ ਇਨਸਾਨ ਕੀ ਸੀ? ਪਾਪੀ। ਪਾਪ ਦੀ ਮਾਫੀ ਵਾਸਤੇ ਪ੍ਰਭੂ ਨੇ, ਸਾਡੇ ਪਾਪਾਂ ਦੀ ਮਾਫੀ ਵਾਸਤੇ ਪ੍ਰਭੂ ਨੇ ਕੀਤਾ, ਆਪਣੀ ਜਾਨ ਦਿੱਤੀ ਹੈ। ਜਦੋਂ ਪ੍ਰਭੂ ਦੀਆਂ ਭਲਾਈਆਂ ਅਸੀਂ ਯਾਦ ਕਰਾਂਗੇ ਆਪਣੇ ਮਨ ਵਿੱਚ, ਆਪਣੇ ਆਪ ਸਾਡਾ ਧਿਆਨ ਜਿਹੜਾ ਪ੍ਰਭੂ ਵੱਲ ਅੱਗੇ ਵਧੇਗਾ ਕਿ ਸਾਰਾ ਕੁਝ ਤੇ ਪ੍ਰਭੂ ਦਾ, ਸਾਰਾ ਕੁਝ ਤੇ ਪ੍ਰਭੂ ਯਿਸੂ ਨੇ ਸਾਡੇ ਵਾਸਤੇ ਕੀਤਾ, ਸਾਰਾ ਕੁਝ ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤਾ, ਤੇ ਅਸੀਂ ਕੀ ਕਰਨ ਦੇ ਆਪਣੀ ਇਸ ਸ਼ਕਤੀ ਨਾਲ? ਕੁਝ ਵੀ ਨਹੀਂ ਕਰ ਸਕਦੇ। ਤੇ ਫਿਰ ਅਸੀਂ ਪ੍ਰਭੂ 'ਚ ਅੱਗੇ ਵਧਾਂਗੇ, ਆਪ ਬਚਾਂਗੇ, ਹੋਰ ਲੋਕਾਂ ਦੇ ਬਚਾਉਣ ਦਾ ਕਾਰਨ ਬਣਾਂਗੇ। ਪ੍ਰਭੂ ਤੁਹਾਨੂੰ ਇਸ ਵਚਨ ਦੇ ਪੜ੍ਹੇ ਸੁਣੇ ਆ ਤੇ ਸਭ ਨੂੰ ਬਹੁਤ ਸਾਰੇ ਬਰਕਤ ਤੇ ਆਸ਼ੀਰਵਾਦ ਦੇਵੇ। ਸਭ ਭੈਣ ਭਰਾਵਾਂ ਨੂੰ ਜੈ ਮਸੀਹ।